स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। क्षमादान रेडियो पंजाब टुडे सुनने वाले तमाम श्रोतिਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਸਦਾ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 28 ਨਵੰਬਰ, ਸਮਾਂ ਸ਼ਾਮ ਦੇ 6:30 ਦਾ ਤੇ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਪਿੰਡ ਭੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਜਗਜੀਤ ਸਿੰਘ ਲੰਡਨ ਵੱਲੋਂ, ਬਲਵੀਰ ਸਿੰਘ ਉਸਮਾਨਪੁਰ, ਅਮਰਜੀਤ ਸਿੰਘ ਗਰੇਵਾਲ, ਬਲਰਾਜ ਸਿੰਘ ਪੱਡਾ ਹੋਰਾਂ ਵੱਲੋਂ ਤੇ ਸੁਖਿੰਦਰ ਸਿੰਘ ਸੰਧੂ ਨਿਊਯਾਰਕ ਵੱਲੋਂ। ਸੋ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਬੜੀਆਂ ਅਹਿਮ ਖਬਰਾਂ ਨੇ। ਰਾਮ ਰਹੀਮ ਵੀ ਕੰਮ ਨਾ ਆਇਆ ਭਾਜਪਾ ਦੇ ਹਰਿਆਣੇ 'ਚ, ਅਤੇ ਫਰੀਦਕੋਟ ਦੀ ਰਿਆਸਤ ਦੀ ਵੀ ਖਬਰ ਹੈ, ਉਹ ਵੀ ਬਹੁਤ ਅਹਿਮ ਹੈ। ਅਤੇ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਦੇਖੋ ਸਿੱਖ ਕੌਮ ਨੇ ਤਾਂ ਔਖਾ ਹੋਣਾ ਹੀ ਹੋਣਾ ਸੀ ਲੰਗਾਹ ਦੀ ਮਾਫੀ 'ਤੇ। ਤਨਖਾਹ ਸ਼ਬਦ ਵੀ ਜਿਹੜਾ ਹੈ ਉਹ ਹੁਣ ਉਸ ਦੇ ਉੱਤੇ ਵੀ ਕਿੰਤੂ ਪਰੰਤੂ ਹੋਣ ਲੱਗ ਪਿਆ ਵੀ ਇਹ ਤਨਖਾਹ ਕਿ ਵੀ ਜੇ ਪਾਠ ਕਰਨਾ ਸਜ਼ਾ ਹੈ ਜਾਂ ਇਹ ਚੀਜ਼ਾਂ ਹੈ ਧਾਰਮਿਕ ਸਜ਼ਾ ਹੈ ਤਾਂ ਇਹਦੇ ਉੱਤੇ ਵੀ ਹੋਣ ਲੱਗ ਪਿਆ। ਚਲੋ ਇਹ ਤਾਂ ਸਾਰੀਆਂ ਗੱਲਾਂ ਸਿੱਖ ਕੌਮ ਦੀਆਂ, ਆਮ ਸਿੱਖ ਦੀ ਜਿਹੜੀ ਗੱਲ ਹੈ, ਪਰ ਬਲਟੋਹਾ ਕਿਉਂ ਢਿੱਡ 'ਚ ਪੀੜ ਪਾਈ ਬੈਠਾ ਹੈ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਬਿਰਸਾ ਸਿੰਘ ਬਲਟੋਹਾ ਇਸ ਵੇਲੇ ਮਾਝੇ ਦੇ ਵਿੱਚ ਆਪਾਂ ਦੇਖੀਏ ਤਾਂ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਦੂਜੇ ਨੰਬਰ ਦਾ ਵੱਡਾ ਲੀਡਰ ਹੈ ਜੀ। ਬਾਕੀ ਜਿਹੜੇ ਅਕਾਲੀ ਦਲ ਦੇ ਲੀਡਰ ਸੀ, ਨਿਰਮਲ ਸਿੰਘ ਕਾਹਲੋਂ ਹੋਰੀ ਨਹੀਂ ਰਹੇ, ਆਪਣੇ ਡਾਕਟਰ ਰਤਨ ਸਿੰਘ ਜਨਾਲਾ ਬਜ਼ੁਰਗ ਹੋ ਗਏ, ਰਣਜੀਤ ਸਿੰਘ ਪਰੰਪਰਾ ਵੀ ਬਜ਼ੁਰਗ ਹੋ ਗਏ, ਸ਼ੇਖ ਮਾ ਸਾਹਿਬ ਵੀ ਨਹੀਂ ਰਹੇ। ਚਲੋ ਸ਼ੇਖ ਮਾ ਸਾਹਿਬ ਪਹਿਲਾਂ ਚਲੇ ਗਏ ਸੀ। ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਉੱਥੇ ਵੱਡੇ ਲੀਡਰਾਂ ਦੇ ਵਿੱਚੋਂ ਜੇ ਦੇਖੀਏ ਆਪਾਂ, ਜਿਹੜਾ ਕੋਈ ਚੁਣੌਤੀ ਦੇ ਸਕਦਾ ਸੀ ਵਿਰੋਧੀਆਂ ਨੂੰ ਜੀ, ਇੰਟਰਨਲ ਵਿਰੋਧੀਆਂ ਨੂੰ ਵੀ ਤੇ ਐਕਸਟਰਨਲ ਵਿਰੋਧੀਆਂ ਨੂੰ ਵੀ, ਉਹ ਇਹਨਾਂ ਦੋਨਾਂ ਤੋਂ ਬਗੈਰ ਜੀ ਹੈਗਾ ਸੁੱਚਾ ਸਿੰਘ ਲੰਗਾਹ। ਪਰ ਕਿਉਂਕਿ ਸੁੱਚਾ ਸਿੰਘ ਲੰਗਾਹ ਨੇ ਜਿਹੜਾ ਇੱਕ ਵੱਜਰ ਪਾਪ ਕੀਤਾ ਸੀ, ਵੱਜਰ ਅਪਰਾਧ ਕੀਤਾ ਸੀ, ਜਿਹਨੂੰ ਅਸੀਂ ਨੈਤਿਕ ਅਪਰਾਧ ਕਹਿ ਸਕਦੇ ਹਾਂ, ਉਹਦੇ ਚਲਦਿਆਂ ਉਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਸੀ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਵਾਈ ਇਲੈਕਸ਼ਨ ਹੁੰਦੀ ਹੈ ਗੁਰਦਾਸਪੁਰ ਦੇ ਲੋਕ ਸਭਾ ਹਲਕੇ ਜੀ। ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਦੇ ਕੈਂਡੀਡੇਟ ਸੀ ਔਰ ਸੁਨੀਲ ਕੁਮਾਰ ਜਾਖੜ ਨੇ ਉਹ ਚੋਣ ਜਿਹੜੀ ਹੈਗੀ ਹੈ ਜਿੱਤੀ ਸੀ ਬੜੀ ਸ਼ਾਨੋ ਸ਼ੌਕਤ ਨਾਲ ਜੀ। ਉਹਨਾਂ ਦਿਨਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਇੱਕ ਕੇਸ ਰਜਿਸਟਰ ਹੁੰਦਾ ਹੈ, ਤੇ ਕੇਸ ਰਜਿਸਟਰ ਕਰਾਉਣ ਵਾਲੀ ਇੱਕ ਬੀਬੀ ਹੈ ਜਿਹੜੀ ਵਿਜੀਲੈਂਸ ਵਿਭਾਗ ਦੇ ਵਿੱਚ ਨੌਕਰੀ ਕਰਦੀ ਹੈ ਜੀ। ਉਹ ਕਹਿੰਦੀ ਹੈ ਜੀ ਵੀ ਮੈਂ ਆਪਣੀ ਨੌਕਰੀ ਦੀ ਖਾਤਰ, ਆਪਣੇ ਕੰਮ ਧੰਦਿਆਂ ਦੀ ਖਾਤਰ ਲੰਗਾਹ ਸਾਹਿਬ ਕੋਲੇ ਜਾਂਦੀ ਹੁੰਦੀ ਸੀ। ਮੇਰੀ ਮਜਬੂਰੀ ਦਾ ਫਾਇਦਾ ਉਠਾ ਕੇ ਇਹਨਾਂ ਨੇ ਮੇਰੇ ਨਾਲ ਜਿਹੜੇ ਹੈਗੇ ਆ ਉਹ ਜਿਨਸੀ ਸੰਬੰਧ ਬਣਾਏ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਕਰਦੇ ਰਹੇ। ਉਸ ਬੀਬੀ ਨੇ ਇਹ ਇਲਜ਼ਾਮ ਵੀ ਲਾਇਆ ਸੀ, ਜਿਹੜੇ FIR ਦੇ ਵਿੱਚ ਵੀ ਲਿਖੇ ਹੋਏ ਆ ਇਲਜ਼ਾਮ, ਤੇ ਨਾਲ ਉਹਨੇ ਇੱਕ ਐਡੀਸ਼ਨ ਕੀਤਾ ਸੀ ਕਿ ਮੈਂ ਇਸ ਅਕਾਲੀ ਲੀਡਰ ਦੀ ਬੇਟੀ ਦੀ ਜਮਾਤਨ ਵੀ ਹਾਂ। ਅੱਛਾ। ਤੇ ਮੈਂ ਉਹ ਵਾਸਤਾ ਵੀ ਦਿੰਦੀ ਰਹੀ ਸੀ ਕਿ ਮੈਂ ਤੁਹਾਡੀਆਂ ਧੀਆਂ ਵਰਗੀਆਂ, ਲੇਕਿਨ ਇਹਨੇ ਮੇਰੇ ਨਾਲ ਇਸੀ ਗੱਲ ਜਿਹੜੀ ਉਹ ਤੋਂ ਇਹ ਪਛਾਣ ਨਹੀਂ ਹਟਿਆ। ਇਹ ਜਿਹੜੀ ਅੱਗ ਹੈ ਇਹ ਜਿਹੜੀ ਖਬਰ ਹੈ ਜੰਗਲ ਦੀ ਅੱਗ ਵਾਂਗ ਸਾਰੇ ਪਾਸੇ ਫੈਲ ਗਈ, ਸਾਰੇ ਪਾਸੇ ਤੋਏ ਹੋਣ ਲੱਗ ਗਈ, FIR ਦਰਜ ਹੋ ਗਈ, ਲੰਗਾਹ ਹੋਰਾਂ ਦੀ ਗ੍ਰਿਫਤਾਰੀ ਹੋ ਗਈ। ਉਸ ਵੇਲੇ ਵੀ ਕੁਝ ਲੋਕ ਇਹ ਗੱਲ ਕਹਿੰਦੇ ਸੀ ਕਿ ਅਸਲ ਦੇ ਵਿੱਚ ਇਹਨਾਂ ਦੀ ਆਪਸੀ ਜਿਹੜੀ ਹੈਗੀ ਅੰਡਰਸਟੈਂਡਿੰਗ ਹੈ। ਹਾਂਜੀ, ਇਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੈ, ਕੋਈ ਐਸੀ ਗੱਲ ਨਹੀਂ ਹੈ, ਇਹਦੇ ਨਾਲ ਕੋਈ ਉਹ ਜ਼ਿਆਦਤੀ ਨਹੀਂ ਹੋਈ, ਕੰਮ ਧੰਦੇ ਦੇ ਵਿੱਚ ਪੈਂਦਾ ਰਿਹਾ। ਚਲੋ ਉਹ ਹੁੰਦਾ ਰਿਹਾ, ਲੰਗਾਹ ਸਾਹਿਬ ਅੰਦਰ ਰਹੇ। ਅਲਟੀਮੇਟਲੀ ਲੰਗਾਹ ਸਾਹਿਬ ਅਦਾਲਤ 'ਚੋਂ ਬਰੀ ਹੋ ਗਈ ਜੀ। ਬਰੀ ਕਿਉਂ ਹੋਈ? ਬਰੀ ਇਸ ਕਰਕੇ ਹੋਏ ਕਿਉਂਕਿ ਜਿਸ ਬੀਬੀ ਨੇ ਇਹਨਾਂ ਦੇ ਖਿਲਾਫ ਇਲਜ਼ਾਮ ਲਾਏ ਸੀ, ਉਸ ਬੀਬੀ ਨੇ ਆਪਣੀ ਜਿਹੜੀ ਹੈਗੀ ਹੈ ਪਹਿਲਾਂ ਲਿੱਤਾ ਹੋਇਆ ਸਟੈਂਡ ਜੀ, ਜਾਂ ਜਿਹੜੇ ਪਹਿਲਾਂ ਉਹਨੇ ਬਿਆਨ ਲਿਖਾਏ ਸੀ ਉਹਨਾਂ ਬਿਆਨਾਂ ਤੋਂ ਬਿਲਕੁਲ ਅਲੱਗ ਹੋ ਗਈ। ਉਹਨੇ ਕਹਿਤਾ ਕੋਈ ਅਜਿਹੀ ਗੱਲ ਨਹੀਂ। ਤੇ ਫਿਰ ਤੁਸੀਂ ਦੇਖੋ ਸਮਾਂ ਪਾ ਕੇ ਜਦੋਂ ਲੰਗਾਹ ਸਾਹਿਬ ਹੋ ਗਏ ਸੀ, ਤੁਹਾਡੇ ਬਰੀ ਹੋ ਗਏ ਸੀ, ਤੇ ਉਸ ਵੇਲੇ ਲੰਗਾਹ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਫਿਰ ਪੰਥ 'ਚ ਵਾਪਸੀ ਮੇਰੀ ਕਰਵਾਈ ਜਾਵੇ ਜੀ।
ਵਾਪਸੀ ਹੋ ਨਹੀਂ ਰਹੀ ਸੀ। ਫਿਰ ਇੱਕ ਹੋਰ 400 BC ਜੀ ਕਹਾਂਗੇ ਆਪਾਂ ਹੋਈ ਸੀ। ਉਹ ਕਿਸੇ ਗੁਰਦੁਆਰਾ ਸਾਹਿਬ ਚਲੇ ਗਏ, ਉੱਥੋਂ ਦੇ ਪ੍ਰਬੰਧਕਾਂ ਨਾਲ ਜਾਂ ਜਿਹੜੇ ਉਹਨਾਂ ਦੇ ਸੇਵਾਦਾਰ ਸੀ ਉਹਨਾਂ ਨਾਲ ਗਿੱਟ ਮਿੱਟ ਕਰਵਾ ਕੇ ਤੇ ਉੱਥੋਂ ਮਾਫੀਨਾਮਾ ਵੀ ਲੈ ਲਿਆ ਸੀ, ਕੁਝ ਤਨਖਾਹ ਵਗੈਰਾ ਵੀ ਲਵਾ ਲਈ ਸੀ ਆਪਦੇ ਆਪ ਹੀ ਕਰਾ ਲਿਆ ਸੀ, ਆਪ ਹੀ ਕਰਵਾ ਲਿਆ ਸੀ। ਪਰ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੁਝ ਮੁਲਾਜ਼ਮਾਂ ਨੂੰ ਮੁਅੱਤਲ ਕਰਤਾ ਸੀ ਜੀ, ਔਰ ਅਕਾਲ ਤਖਤ ਸਾਹਿਬ ਵੱਲੋਂ ਵੀ ਥੋੜਾ ਜਿਹਾ ਐਕਸ਼ਨ ਜਿਹੜਾ ਹੈਗਾ ਇਨੀਸ਼ੀਏਟ ਹੋਇਆ ਸੀ। ਉਹ ਗੱਲ ਉੱਥੇ ਨਹੀਂ ਰਹੀ। ਫਿਰ ਅਖੀਰ ਕੀ ਹੋਇਆ ਕਿ ਲੰਗਾਹ ਸਾਹਿਬ ਨੇ ਆਪਣੇ ਮਾਪਿਆਂ ਤੋਂ ਸਟੇਟਮੈਂਟਸ ਦਵਾਈਆਂ ਜੀ ਕਿ ਅਸੀਂ ਚਾਹੁੰਦੇ ਜਿਉਂਦੇ ਜੀ ਸਾਡਾ ਬੇਟਾ ਪੰਥ 'ਚ ਵਾਪਸ ਹੋ ਜੇ ਜੀ। ਇਹਨੇ ਜਿਹੜਾ ਗੁਨਾਹ ਕੀਤਾ ਹੈ ਆਪਣਾ ਗੁਨਾਹ ਦੀ ਸਜ਼ਾ ਭੁਗਤਣ ਨੂੰ ਤਿਆਰ ਹੈ ਤੇ ਕਿਰਪਾ ਕਰਕੇ ਇਹਨੂੰ ਜਿਹੜਾ ਹੈਗਾ ਮਾਫ ਕਰ ਦਿੱਤਾ ਜਾਵੇ। ਪਰ ਫਿਰ ਵੀ ਜਥੇਦਾਰ ਸਾਹਿਬ ਨੇ ਕੋਈ ਗੱਲ ਨਹੀਂ ਸੀ ਸੁਣੀ। ਅਖੀਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ, ਉਸ ਬੀਬੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਹਾਂਜੀ, ਚੰਡੀਗੜ੍ਹ ਵੀ ਕੀਤੀ ਸੀ। ਚੰਡੀਗੜ੍ਹ ਕੀਤੀ ਸੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬੀਬੀ ਨੇ ਇਲਜ਼ਾਮ ਲਾਇਆ ਸੀ ਕਿ ਜੋ ਕੁਛ ਮੈਥੋਂ FIR ਦਰਜ ਕਰਵਾਈ ਹੈ ਅਸਲ ਦੇ ਵਿੱਚ ਇਹ FIR ਦਰਜ ਸੁੱਖੀ ਰੰਧਾਵਾ ਨੇ ਕਰਵਾਈ ਹੈ। ਉਹਨੇ ਮੈਨੂੰ ਇੰਸਟੀਗੇਟ ਕੀਤਾ ਤੇ ਝੂਠਾ ਪਰਚਾ ਸੀ। ਇਹ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਤੇ ਹੁਣ ਇਹ ਮਾਮਲਾ ਆ ਗਿਆ ਅਕਾਲ ਤਖਤ ਸਾਹਿਬ ਤੇ। ਮਾਮਲਾ ਤਾਂ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਸੀ ਜੀ। ਔਰ ਆਪਾਂ ਇਹ ਵੀ ਜਾਣਦੇ ਹਾਂ ਕਿ ਲੰਗਾਹ ਸਾਹਿਬ ਜਾਂਦੇ ਹੁੰਦੇ ਸੀ, ਉੱਥੇ ਜਾ ਕੇ ਉਹ ਕੀਰਤਨ ਵੀ ਸੁਣਦੇ ਹੁੰਦੇ ਸੀ, ਸੇਵਾ ਵਗੈਰਾ ਵੀ ਕਰਦੇ ਹੁੰਦੇ ਸੀ, ਲੇਕਿਨ ਉਹਨਾਂ ਦੀ ਵਾਪਸੀ ਨਹੀਂ ਸੀ ਹੋ ਰਹੀ। ਹੁਣ ਲੰਗਾਹ ਸਾਹਿਬ ਨੂੰ ਅਚਨਚੇਤ ਜਦੋਂ ਅਸੀਂ ਖਬਰਾਂ ਦੇਖੀਆਂ, ਖਬਰਾਂ ਆ ਗਈਆਂ ਕਿ 5 ਸਿੰਘ ਸਾਹਿਬਾਨ ਇਕੱਠੇ ਹੋਏ, ਉਹਨਾਂ ਨੇ ਵਿਚਾਰ ਕੀਤੀ ਹੈ, ਲੰਗਾਹ ਸਾਹਿਬ ਨੂੰ ਤਲਬ ਕੀਤਾ ਹੈ। ਲੰਗਾਹ ਸਾਹਿਬ ਨੂੰ ਪੁੱਛਦੇ ਵੀ ਤੇਰੇ ਖਿਲਾਫ ਇਹ ਇਲਜ਼ਾਮ ਹੈ, ਕਿਹਾ ਜਾਂਦਾ ਤੇਰੇ ਖਿਲਾਫ ਇਹ ਇਲਜ਼ਾਮ ਹੈ ਕਿ ਤੂੰ ਪਰ ਔਰਤ ਨਾਲ ਗਮਨ ਕੀਤਾ। ਇਹ ਸ਼ਬਦ ਕੁਛ ਇਸ ਕਿਸਮ ਦੇ, ਮੈਨੂੰ ਇਹਦੀ ਆਪਾਂ ਜਿਹੜੀ ਹੂ ਤਾਂ ਨਹੀਂ ਪਰ ਉਹਦਾ ਭਾਵਾਰਥ ਹੀ ਹੈ, ਭਾਵਾਰਥ ਸਮਝਦੇ ਆ ਕਿ ਪਰ ਉਹਦੇ ਨਾਲ ਸੰਬੰਧ ਬਣਾਏ। ਉਹਨੇ ਕਿਹਾ ਹਾਂਜੀ, ਬੋਚਕਦੇ ਨੇ ਕਿਹਾ ਤੇ ਫਿਰ ਕਿਹਾ ਸਿੰਘ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿ ਮਾਈਕ ਨੇੜੇ ਕਰੋ ਔਰ ਉੱਚੀ ਬੋਲੋ। ਉਹਨੇ ਕਿਹਾ ਜੀ ਹਾਂਜੀ। ਕਹਿੰਦੇ ਹਾਂਜੀ ਨਹੀਂ, 5 ਵਾਰ ਕਹੋ ਕਿ ਮੈਂ ਇਹ ਵੱਜਰ ਕੁਤਾਹੀ ਕੀਤੀ ਹੈ। ਉਹਨੇ ਫਿਰ ਇਹ ਗੱਲ ਕਹੀ 5 ਵਾਰ ਕਿ ਹਾਂ ਪਰ ਔਰਤ ਨਾਲ ਜਿਹੜੇ ਮੇਰੇ ਸੰਬੰਧ ਸੀ, ਮੈਂ ਗਵਰਨਮੈਂਟ ਉਹਦੇ ਨਾਲ ਕਰਦਾ ਰਿਹਾ ਤੇ ਮੇਰੇ ਜਿਹੜੇ ਸੰਬੰਧ ਸੀ ਤੇ ਮੈਂ 5 ਵਾਰ ਉੱਥੇ ਮਾਫੀ ਮੰਗਦਾ ਰਿਹਾ। ਹੁਣ ਇਹਨੂੰ ਤੁਸੀਂ ਦੇਖੋ ਕੀ ਕਹੋਗੇ। ਅਦਾਲਤ ਨੇ ਬਰੀ ਕਰਤਾ। ਉਹ ਬੀਬੀ ਕਹਿੰਦੀ ਹੈ ਸਭ ਕੁਝ ਸੁੱਖੀ ਰੰਧਾਵੇ ਨੇ ਕਿਹਾ। ਉਹ ਕਹਿੰਦੇ ਜੀ ਮੈਂ ਗੁਨਾਹ ਕੀਤਾ, ਮੈਂ ਆਪਣੇ ਗੁਨਾਹ ਦੀ ਮਾਫੀ ਮੰਗਦਾ। ਤੇ ਇਹ ਗੱਲ ਕਿੱਧਰ ਨੂੰ ਗਈ? ਇਹੀ ਗੱਲ ਤਾਂ ਆਮ ਤੌਰ ਦੇ ਉੱਤੇ ਕਹੀ ਜਾਂਦੀ ਹੈ ਕਿ ਬੰਦਾ ਦੁਨਿਆਵੀ ਅਦਾਲਤ ਦੇ ਵਿੱਚੋਂ ਬਰੀ ਹੋ ਸਕਦਾ ਹੈ, ਲੇਕਿਨ ਸਮਾਜਿਕ ਅਦਾਲਤ ਦੇ ਵਿੱਚੋਂ ਬਰੀ ਨਹੀਂ ਹੋ ਸਕਦਾ। ਹੁਣ ਸਮਾਜਿਕ ਅਦਾਲਤ ਦੇ ਵਿੱਚ ਆਉਣ ਵਾਸਤੇ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਿਆ। ਤੇ ਅਗਾਂਹ ਦੇਖੋ, ਮੈਂ ਜਿਵੇਂ ਗੱਲ ਕਹਿ ਚੁੱਕਿਆ ਕਿ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਦੂਜਾ ਵੱਡਾ ਲੀਡਰ ਜੇ ਉੱਥੇ ਕੋਈ ਹੈ ਤਾਂ ਉਹ ਹੈਗਾ ਬਿਰਸਾ ਸਿੰਘ ਬਲਟੋਹਾ। ਪਰ ਉੱਥੇ ਕੁਝ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਸੁਖਜਿੰਦਰ ਸਿੰਘ ਰੰਧਾਵਾ, ਜਿਹਨੂੰ ਸੁੱਖੀ ਰੰਧਾਵਾ ਵੀ ਕਹਿੰਦੇ ਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ, ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ। ਇਹ ਵੱਡੇ ਬੰਦੇ ਆ। ਜੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹੁਣ ਬਰਾਬਰ ਦੇ ਬੰਦੇ ਹੈਗੇ ਆ ਜੀ, ਕਿਉਂਕਿ ਬਾਜਵੇ ਦਾ ਭਰਾ ਹੀ ਫਤਿਹ ਜੰਗ ਸਿੰਘ ਬਾਜਵਾ ਵਗੈਰਾ ਵੀ ਆ ਗਿਆ। ਅਕਾਲੀ ਦਲ ਇਸ ਵੇਲੇ ਬਹੁਤ ਜਿਹੜਾ ਹੈਗਾ ਕਮਜ਼ੋਰ ਪੈ ਚੁੱਕਾ ਹੈ, ਹਾਸ਼ੀ ਤੇ ਜਾ ਚੁੱਕਾ ਹੈ। ਹੁਣ ਕਿਵੇਂ ਜਿਹੜੀ ਹੈ ਇਹਦੀ ਭਰਪਾਈ ਕਿਵੇਂ ਕੀਤੀ ਜਾਵੇ ਜੀ? ਵੈਸੇ ਸਿੰਘ ਸਾਹਿਬ ਆਪਾਂ ਅਕਾਲ ਤਖਤ ਸਾਹਿਬ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਅਸੀਂ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਕਦੇ ਵੀ ਚੁਣੌਤੀ ਨਹੀਂ ਦੇ ਸਕਦੇ। ਜਿਹੜਾ ਬੰਦਾ ਨਾਨਕ ਨਾਮ ਦੇਵਾ ਹੈ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਜਿਹੜਾ ਬੰਦਾ ਸਿੱਖ ਪਰਿਵਾਰ 'ਚ ਪੈਦਾ ਹੋਇਆ, ਉਹ ਕਦੇ ਵੀ ਕੁਝ ਨਹੀਂ ਕਰ ਸਕਦਾ। ਲੇਕਿਨ ਇਹ ਜ਼ਰੂਰੀ ਨਹੀਂ ਹੁੰਦੇ ਕਿ ਉਸ ਪੋਸਟ ਦੇ ਉੱਤੇ ਜਿਹੜੇ ਸ਼ਖਸ ਬੈਠੇ ਹੈ ਉਹ ਹਰ ਫੈਸਲਾ ਆਪਣੀ ਮਰਜ਼ੀ ਨਾਲ ਕਰਨ। ਸਿੰਘ ਸਾਹਿਬਾਨ ਜਦੋਂ ਸੇਵਾ ਮੁਕਤ ਹੋ ਜਾਂਦੇ ਆ ਜਾਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਆਪਾਂ ਉਹਨਾਂ ਦੀਆਂ ਇੰਟਰਵਿਊਜ਼ ਵੀ ਪੜ੍ਹਦੇ ਰਹੇ, ਉਹਨਾਂ ਦੇ ਆਪਾਂ ਬਿਆਨ ਵੀ ਦੇਖਦੇ ਰਹੇ ਕਿ ਸਾਥੋਂ ਆਹ ਕੰਮ ਧੱਕੇ ਨਾਲ ਕਰਵਾਇਆ ਜਾਂਦਾ ਸੀ, ਇਹ ਸਾਰਾ ਕੁਝ ਕਰਵਾਇਆ ਜਾਂਦਾ ਸੀ। ਇੱਥੇ ਵੀ ਹੁਣ ਗੱਲ ਇਹ ਆਉਂਦੀ ਹੈ ਕਿ ਜੋ ਕੁਝ ਹੋਇਆ ਹੈ ਕੀ ਸਿੰਘ ਸਾਹਿਬ ਨੇ ਉਹਨੇ ਆਪਣੀ ਗਲਤੀ ਮੰਨ ਲਈ? ਗਲਤੀ ਤਾਂ ਬਹੁਤ ਲੰਬੇ ਸਮੇਂ ਤੋਂ ਮੰਨਦਾ ਰਿਹਾ ਸੀ, ਉਦੋਂ ਫਿਰ ਇਹਨੂੰ ਜਿਹੜਾ ਹੈਗਾ ਮਾਫ ਕਿਉਂ ਨਹੀਂ ਕੀਤਾ ਗਿਆ? ਬਿਲਕੁਲ। ਤੇ ਮਾਫ ਕਰਨ ਦਾ ਤਰੀਕਾਕਾਰ ਵੀ ਉਹਨੂੰ ਤਨਖਾਹ ਵੀ ਲਾਤੀ। ਮਾਫ ਇਹ ਵੀ ਗੱਲ ਕਹਿਤੀ ਕਿ ਤੂੰ ਅਗਲੇ ਸਮੇਂ ਲਈ 5 ਸਾਲਾਂ ਲਈ ਜਿਹੜੀ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜ ਸਕਦਾ। ਪਰ ਅਗਲੀ ਗੱਲ ਵੀ ਕਹਿਤੀ ਕਿ ਸਿਆਸੀ ਸਰਗਰਮੀਆਂ ਸ਼ੁਰੂ ਕਰ ਸਕਦੇ, ਉਹ ਕਰ ਸਕਦੇ। ਇਹ ਕੀ ਹੋਇਆ ਫਿਰ? ਜੇ ਹੁਣ ਸਿਆਸੀ ਸਰਗਰਮੀਆਂ ਤੁਸੀਂ ਸ਼ੁਰੂ ਕਰ ਸਕਦੇ ਹੋ, ਇਹਦਾ ਮਤਲਬ ਹੈ ਕਿ ਇਹ ਫੈਸਲਾ ਕਿਤੇ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ। ਇਹ ਵੀ ਤਾਂ ਸੋਚ ਬਹੁਤ ਵੱਡੀ ਗੱਲ ਹੈ। ਹੁਣ ਇਹ ਸਿਆਸਤ ਤੋਂ ਪ੍ਰੇਰਿਤ ਫੈਸਲਾ ਹੈ ਕਿ ਨਹੀਂ ਹੈ? ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿੰਦੇ, ਅਸੀਂ ਆਪਣੇ ਸਰੋਤਾਂ ਤੇ ਛੱਡਦੇ ਹਾਂ ਕਿ ਫੈਸਲਾ ਉਹ ਕਰਨ। ਤੇ ਜੇ ਆਪਾਂ ਦੇਖੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਪਿਛਲੇ ਦਿਨਾਂ ਦੇ ਵਿੱਚ ਚਰਚਾ 'ਚ ਉਦੋਂ ਆਈ ਸੀ ਜਦੋਂ ਬੀਬੀ ਜ਼ਗੀਰ ਕੌਰ ਨੇ ਬਗਾਵਤ ਕੀਤੀ ਸੀ। ਬਿਲਕੁਲ। ਉਹਨੇ ਕਿਹਾ ਸੀ ਜੀ ਲਿਫਾਫਾ ਕਲਚਰ ਖਤਮ ਹੋਣਾ ਚਾਹੀਦਾ ਔਰ ਉਹਨੇ ਕਿਹਾ ਲਿਫਾਫਾ ਕਲਚਰ ਹੈ ਹੀ ਨਹੀਂ। ਉਹ ਕਹਿੰਦੀ ਮੈਂ ਲਿਫਾਫੇ ਕਲਚਰ 'ਚੋਂ ਨਿਕਲਦੀ ਰਹੀ।
ਫਿਰ ਉਹਨੇ ਕਿਹਾ ਜੀ ਮੈਂ ਤਾਂ ਇਲੈਕਸ਼ਨ ਲੜੂੰਗੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਾਉਣਾ। ਤੇ ਦਾਨੇਵਾਲੀਆ ਸਾਹਿਬ ਚੁਣੌਤੀ ਬਹੁਤ ਵੱਡੀ ਹੈ। ਹੂੰ 40-42 ਵੋਟਾਂ ਪੈ ਜਾਣੀਆਂ ਬਹੁਤ ਵੱਡੀ ਚੀਜ਼ ਜਗੀਰ ਕੌਰ ਹੈ। ਨੂੰ। ਇਹ ਤਾਂ ਕਹਿੰਦੇ 25 ਪੈ ਜਾਣ ਤਾਂ ਅਸੀਂ ਬਲਟੋਆ ਸਾਹਿਬ ਕਹਿੰਦੇ ਸਿਆਸਤ ਛਡਾ ਨਾ ਦੂੰਗਾ ਨਾ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਸੀ ਹਾਂ ਕਿ ਮੈਂ ਪ੍ਰਧਾਨਗੀ ਤੋਂ ਤਿਆਗ ਪੱਤਰ ਦੇ ਦੂੰਗਾ ਜੇ 25 ਪੈ ਜਾਣ। ਹਾਂ 25 ਪੈ ਜਾਣ। ਔਰ ਉਹਨੇ ਕਿਹਾ ਸੀ ਹੂੰ ਬਾਅਦ ਦੇ ਵਿੱਚ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਕਿਹਾ ਸੀ ਬੀਬੀ ਜਗੀਰ ਕੌਰ ਨੇ ਕਿ ਮੈਂ ਤੈਨੂੰ ਪ੍ਰਧਾਨ ਹੀ ਨਹੀਂ ਮੰਨਦੀ। ਹੂੰ ਜਿਹੜੇ ਬੰਦੇ ਨੇ ਜਨਤਕ ਤੌਰ ਤੇ ਗੱਲ ਕਹੀ ਇਹਨੂੰ ਅਸਤੀਫਾ ਦੇ ਦੇਣਾ ਅਸਤੀਫਾ ਦੇ ਚਾਹੀਦਾ। ਦੇਣਾ ਇਹ ਤਾਂ ਆਪਣੇ ਆਪ ਹੀ ਇਹਦਾ ਤਾਂ ਜਿਹੜਾ ਇਖਲਾਕੀ ਹੱਕ ਤਾਂ ਖਤਮ ਹੋ ਗਿਆ ਪ੍ਰਧਾਨਗੀ ਤੋਂ। ਪ੍ਰਧਾਨ ਹੈ ਹੀ ਨਹੀਂ। ਇਹ ਗੱਲ ਉਹਨਾਂ ਨੇ ਕਹੀ ਸੀਗੀ ਸੁਖਬੀਰ ਸਿੰਘ ਬਾਦਲ ਨੇ ਕਹੀ। ਹੁਣ ਦੂਜੀ ਗੱਲ ਇਹ ਦੇਖਣ ਵਾਲੀ ਹੈ ਕਿ ਜਿਹੜੀਆਂ ਉਹਨਾਂ ਨੂੰ ਵੋਟਾਂ ਪਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਆਦਾਤਰ ਨਹੀਂ ਆਪਾਂ ਕਹਿ ਸਕੇ ਕਿ 99% ਮੈਂਬਰ ਇਹਨਾਂ ਦੇ ਆਪਦੇ ਸੀ। ਬਿਲਕੁਲ ਜਿਹੜੇ ਬਾਅਦ ਦੇ ਵਿੱਚ ਛੱਡ ਕੇ ਕੋਈ ਕਿਸੇ ਪਾਸੇ ਚਲਾ ਗਿਆ, ਕੁਛ ਬਾਅਦ ਤਾਂ ਬੀਜੇਪੀ ਵੀ ਚਲੇ ਗਏ। ਪਰ ਮੂਲ ਰੂਪ ਦੇ ਵਿੱਚ ਦੇਖੀਏ ਤਾਂ ਉਹ ਅਕਾਲੀ, ਹੂੰ ਉਹ ਸਿੱਖ, ਉਹਨਾਂ ਲੋਕਾਂ ਨੂੰ ਜਿਹੜੀਆਂ ਹੈਗੀਆਂ ਵੋਟਾਂ ਅਕਾਲੀ ਦਲ ਦੇ ਨਾਂ ਤੇ ਪਈਆਂ। ਚੋਣ ਨਿਸ਼ਾਨ ਅਕਾਲੀ ਦਲ ਦਾ, ਟਿਕਟਾਂ ਅਕਾਲੀ ਦਲ ਨੇ ਦਿੱਤੀਆਂ। ਜੇ 42 ਬੰਦੇ ਹੂੰ ਉਹਨਾਂ ਦੇ ਵਿੱਚੋਂ ਨਿਕਲ ਜਾਂਦੇ ਹੈ, ਜੀ। ਬਾਹਰ ਜਾ ਕੇ ਉਹ ਬਗਾਵਤ ਕਰਦੇ ਆ, ਖੜੇ ਹੋ ਜਾਂਦੇ, ਤਾਂ ਇਹਦਾ ਮਤਲਬ ਹੈ ਕਿ ਚੁਣੌਤੀ ਵਾਲੀ ਵੱਡੀ ਹੈ। ਹੂੰ ਹੁਣ ਜਿਹੜੀ ਉੱਥੇ ਸਿਆਸੀ ਚੁਣੌਤੀ ਹੈ, ਜੀ ਉਸ ਸਿਆਸੀ ਚੁਣੌਤੀ ਨੂੰ ਕਿਵੇਂ ਲਿਆ ਜਾਵੇ, ਹੂੰ ਉਹਦੇ ਵਾਸਤੇ ਬੰਦਿਆਂ ਦੀ ਲੋੜ ਹੈ। ਤੇ ਉਹਦੇ ਲਈ ਫਿਰ ਆ ਗਏ ਸੁੱਚਾ ਸਿੰਘ ਲੰਗਾਹ। ਜੀ ਹੁਣ ਜਿੱਥੋਂ ਤੱਕ ਬਿਰਸਾ ਸਿੰਘ ਬਲਟੋਹਾ ਦਾ, ਇਹਨਾਂ ਨੂੰ ਆਪਾਂ ਦੋ ਪੱਖਾਂ ਤੋਂ ਦੇਖਾਂਗੇ। ਹੂੰ ਪਹਿਲਾ ਪੱਖ ਤਾਂ ਇਹ ਹੈ ਕਿ ਕੀ ਇਹ ਕੋਈ ਰਾਜਸੀ ਚਾਲਤਾ ਨਹੀਂ। ਜੀ ਉਹ ਕਹਿੰਦੇ ਆ ਕਿ ਮੈਂ ਇਹ ਜੋ ਕੁਝ ਕੀਤਾ ਜਥੇਦਾਰ ਸਾਹਿਬ ਨੇ ਆਪਦੇ ਲੈਵਲ ਤੇ ਕੀਤਾ। ਹੂੰ ਅਕਾਲੀ ਦਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ। ਅੱਛਾ ਉਹ ਕਹਿੰਦੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਤੇ ਅਸੀਂ ਕੋਈ ਗੱਲਬਾਤ ਕਰਦੇ ਰਹੇ, ਉਹਨਾਂ ਦੇ ਚੇਤੇ ਵੀ ਨਹੀਂ ਸੀ। ਅੱਛਾ ਇਹ ਤਾਂ ਜੀ ਇਹਨਾਂ ਨੂੰ ਮਾਫ ਕਰਤੇ। ਤਾਂ ਜਥੇਦਾਰ ਸਾਹਿਬ ਨੂੰ ਚਾਹੀਦੀ ਹੈ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ। ਹੂੰ ਅਗਲੀ ਗੱਲ ਕਹਿੰਦੇ ਹੈ ਜਿਹੜੀਆਂ ਗੱਲਾਂ ਲੋਕਾਂ ਨੇ ਕਹਿਣੀਆਂ, ਬਿਰਸਾ ਸਿੰਘ ਬਲਟੋਹਾ ਕਹਿੰਦੇ ਜੀ ਜਿਵੇਂ ਡੇਰਾ ਸੱਚਾ ਸੌਦਾ ਵਾਲੇ ਉਹਨੂੰ ਕੀ ਹੈ ਸੌਦਾ ਸਾਧ ਕਹਿੰਦੇ, ਹਾਂ ਉਹਨੂੰ ਮਾਫੀ ਜਿਵੇਂ ਉਹਨੂੰ ਮਾਫੀ ਦਿੱਤੀ ਗਈ ਸੀ ਉਹਦਾ ਨੁਕਸਾਨ ਅਕਾਲੀ ਦਲ ਨੂੰ ਝੱਲਣਾ ਪੈ ਸਕਦਾ ਹੈ। ਇਹ ਵੀ ਕਹਿੰਦੇ ਨਾਲ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਇਹ ਕੀ ਡਬਲ ਸਟੈਂਡਰਡ। ਇਹਦਾ ਮਤਲਬ ਇਹ ਹੈ ਕਿ ਕਹਿੰਦੇ ਜੀ ਕੋਈ ਹੋਰ ਤਾਕਤ ਹੈ। ਅਗਲੀ ਕਹਿੰਦੇ ਅੱਛਾ ਕੋਈ ਹੋਰ ਤਾਕਤ ਹੈ ਜਿਹਨੇ ਸਿੰਘ ਸਾਹਿਬ ਤੋਂ ਇਹ ਫੈਸਲਾ ਕਰਵਾਇਆ। ਹੋਰ ਤਾਕਤ ਹੈ ਜੀ ਫਿਰ ਦਿੱਲੀ ਵਾਲੇ ਆ ਜਿਹਦਾ ਤੁਹਾਨੂੰ ਨਹੀਂ ਪਤਾ, ਫਿਰ ਤਾਂ ਤੁਸੀਂ ਖਤਮ ਹੋ। ਕੀ ਇਹਦਾ ਮਤਲਬ ਹੈ ਵੀ ਜਗੀਰ ਕੌਰ ਤਾਂ ਜਿਹੜੀ ਹੈਗੀ ਹੈ ਚੋਣ ਹਾਰ ਗਈ, ਉਹਦੇ ਆਖੇ ਤਾਂ ਕੋਈ ਲੱਗ ਨਹੀਂ ਸਕਦਾ। ਉਹ ਤਾਂ ਨਾ ਸਿੰਘ ਸਾਹਿਬ ਨੂੰ ਹਟਾ ਸਕਦੀ ਹੈ ਨਾ ਲਾ ਸਕਦੀ ਹੈ। ਅਗਲੀ ਤਾਂ ਫਿਰ ਸੁਪਰ ਪਾਵਰ ਜਿਹੜੀ ਹੈਗੀ ਭਾਰਤ ਸਰਕਾਰ ਹੈ, RSS ਹੈ। ਤੇ RSS ਦੇ ਉੱਤੇ ਇਲਜ਼ਾਮ ਪਹਿਲਾਂ ਹੀ ਲੱਗਦੇ ਆ ਰਹੇ ਕਿ RSS ਸਿੱਖ ਮਾਮਲੇ 'ਚ ਦਖਲਅੰਦਾਜ਼ੀ ਕਰਦੀ ਹੈ। ਇਹ ਸਮਝ ਤੋਂ ਬਾਹਰ ਹੈ ਕਿ ਇਹ ਗੱਲ ਕਿੱਥੇ ਕਰਦੇ ਹੈ। ਕਹਿੰਦੇ ਜਿਹਦਾ ਨੁਕਸਾਨ ਸਾਨੂੰ ਹੋ ਸਕਦਾ ਹੈ, ਕਿਸੇ ਤੀਜੀ ਸ਼ਕਤੀ ਨੇ ਕਰਵਾਇਆ। ਇਹਦਾ ਮਤਲਬ ਦਾਨੇਵਾਲੀਆ ਸਾਹਿਬ ਇਹ ਹੈ ਕਿ ਕੱਲ ਨੂੰ ਜੋ ਨੁਕਸਾਨ ਪਹਿਲਾਂ ਡੇਰਾ ਸੱਚਾ ਸੌਦਾ ਵਾਲੇ ਉਹਦੇ ਬਰਾਬਰ ਹੀ ਹੋਊਗਾ। ਉਹਦੇ ਬਰਾਬਰ ਹੀ ਹੋਊ। ਫਾਇਦਾ ਉਹਨਾਂ ਹੋਣਾ ਨਹੀਂ ਤੇ ਨੁਕਸਾਨ ਹੋਊਗਾ। ਇੱਕ ਤਾਂ ਉਹ ਇਹ ਗੱਲ ਕਹਿੰਦੇ ਆ ਜੀ ਵੀ ਮੈਂ ਤਾਂ ਜਿਹੜਾ ਹੈ ਨਾ ਪੱਕਾ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਤੁਹਾਡਾ ਭਗਤ ਹੈ ਤੇ ਮੈਂ ਤਾਂ ਤੁਹਾਨੂੰ ਡਿਫੈਂਡ ਕਰਦਾ। ਪਰ ਨਾਲ ਅਸਲ ਦੇ ਵਿੱਚ ਉਹ ਕਹਿੰਦੇ ਹੁੰਦੇ ਨੇ ਨਾਂ ਲੈ ਕੇ ਭਰਾਵਾਂ ਦੇ ਤੇ ਵੈਣਜਾਰਾਂ ਦੇ ਪਾਵੇਂ। ਉਹ ਅਸਲ ਦੇ ਵਿੱਚ ਗੱਲ ਇਹ ਕਿ ਜਿਹੜੀ ਉਹਦੀ ਆਪਦੀ ਅਥਾਰਟੀ ਨੂੰ ਚੁਣੌਤੀ ਹੋਣੀ ਹੈ। ਕਿਉਂਕਿ ਇਹ ਵੀ ਬਾਦਲ ਵੀ ਨਹੀਂ ਨਾ ਚਾਹੁੰਦੇ ਵੀ ਇੱਕ ਬੰਦਾ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਮਜ਼ਬੂਤ ਹੋ ਜੇ। ਦੇਖੋ ਚੁਣੌਤੀ ਤਾਂ ਸਭ ਤੋਂ ਵੱਡੀ ਹੈ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਬਣਿਆ ਹੋਇਆ। ਸੁਖਬੀਰ ਸਿੰਘ ਬਾਦਲ ਦੀ ਪੋਲੀਟੀਕਲ ਲਾਈਨ ਕੁਝ ਹੋਰ ਚੱਲ ਰਹੀ ਹੈ ਤੇ ਮਜੀਠੀਆ ਦੀ ਹੋਰ ਹੈ, ਉਹਦੀ ਹੋਰ ਚੱਲ ਰਹੀ ਹੈ। ਮਜੀਠੀਆ ਤਾਂ ਬਿਲਕੁਲ ਉਸ ਲਾਈਨ ਤੇ ਖਲੋਤਾ ਹੋਇਆ ਜਿਹੜੀ ਲਾਈਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੈ ਕਿ ਨੌ ਤੇ ਮਾਸ ਦਾ ਰਿਸ਼ਤਾ ਇੱਕੋ ਹੀ ਹੁੰਦਾ ਹੈ। ਉਹ ਪਤੀ ਪਤਨੀ ਵਾਲਾ ਨਹੀਂ ਜੀ ਕਹਿੰਦੇ। ਉਹ ਇਸ ਵੇਲੇ ਜਿਹੜੀ ਕੱਟੜਤਾ ਸਿੱਖ ਧਰਮ ਦੇ ਵਿੱਚ, ਜਿਹੜੀ ਕੱਟੜਤਾ ਸਿੱਖ ਕੌਮ ਦੇ ਵਿੱਚ ਜਿਹੜੀ ਕੱਟੜਤਾ ਪੈਦਾ ਹੋ ਰਹੀ ਹੈ ਜਾਂ ਕੀਤੀ ਜਾ ਰਹੀ ਹੈ, ਉਹਦਾ ਡਟ ਕੇ ਵਿਰੋਧ ਕਰਦਾ। ਉਹ ਮੈਸੇਜ ਕੀ ਦੇਣਾ ਚਾਹੁੰਦਾ ਹੈ? ਸੁਖਬੀਰ ਸਿੰਘ ਬਾਦਲ ਕੁਝ ਹੋਰ ਕਹਿਣਾ ਚਾਹੁੰਦਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜਾ ਬਿਰਸਾ ਸਿੰਘ ਬਲਟੋਹਾ ਬੋਲ ਰਿਹਾ ਹੈ ਇਹ ਕਿਸੇ ਦਾ ਹੋਰ ਤਾਂ ਨਹੀਂ ਬੁਲਾਇਆ ਬੋਲ ਰਿਹਾ। ਇਹ ਵੀ ਗੱਲ ਹੈ। ਚੁਣੌਤੀ ਉਹਨੂੰ ਆਪ ਨੂੰ ਵੀ ਹੈ ਕਿਉਂਕਿ ਉਹਦੀ ਆਪਦੀ ਲੀਡਰੀ ਨੂੰ ਖਤਰਾ ਹੈ। ਜੇ ਉੱਥੇ ਸੁੱਚਾ ਸਿੰਘ ਲਗਾ ਉਹਦਾ ਸੁੱਚਾ ਸਿੰਘ, ਦੇਖੋ ਸਿੱਧੀ ਜੀ ਗੱਲ ਹੈ ਨਾ ਢਿੱਲੋਂ ਸਾਹਿਬ, ਜੇ ਬਿਰਸਾ ਸਿੰਘ ਬਲਟੋਹੇ ਨੇ ਕੈਰੋਂ ਪਰਿਵਾਰ ਦੇ ਉੱਪਰ ਦੀ ਹੋਇਆ ਤਾਂ ਉਸ ਇਲਾਕੇ ਦੇ ਵਿੱਚ ਤਾਂ ਉਹ ਆਪਣੇ ਆਪ ਨੂੰ ਵੀ ਤਾਂ ਕਹਿੰਦਾ ਵੀ ਮੈਂ ਕੁਛ ਹੈਗਾ। ਤੇ ਭਾਵੇਂ ਤੁਸੀਂ ਇਹਨਾਂ ਨੇ ਆਪ ਹੀ ਉਹਨੂੰ ਤਿਆਰ ਕੀਤਾ। ਤਾਂ ਕੈਰੋਂ ਪਰਿਵਾਰ ਦਾ ਮੁਕਾਬਲਾ ਕਰਵਾਉਣ ਵਾਸਤੇ ਇਹ ਠੀਕ ਹੈ ਕਿ ਸੁਖਬੀਰ ਸਿੰਘ ਬਾਦਲ ਉਹਨੂੰ ਕਾਊਂਟਰ ਨਹੀਂ ਕਰ ਸਕਿਆ, ਉਹਨੂੰ ਰੋਕ ਨਹੀਂ ਸਕਿਆ ਕਿਉਂਕਿ ਪਾਵਰਫੁਲ ਜ਼ਿਆਦਾ ਹੋ ਗਿਆ ਸੀ। ਤੇ ਪਾਵਰਫੁਲ ਕਰਨ ਦੇ ਵਿੱਚ ਯੋਗਦਾਨ ਕਿਹਦਾ ਹੈ? ਬਿਕਰਮ ਸਿੰਘ ਮਜੀਠੀਆ ਦਾ। ਜੇ ਅੱਜ ਸੁੱਚਾ ਸਿੰਘ ਲੰਗਾਹ ਪਾਵਰਫੁਲ ਹੁੰਦਾ, ਉਹ ਸੁੱਖੀ ਰੰਧਾਵਾ ਨੂੰ ਚੁਣੌਤੀ ਦਿੰਦਾ ਹੈ, ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੰਦਾ ਹੈ। ਮੁਕਾਬਲਾ ਤਾਂ ਉਹਨਾਂ ਅਲਟੀਮੇਟਲੀ ਸੁੱਖੀ ਰੰਧਾਵੇ ਨਾਲ ਹੀ ਰਹਿਣਾ। ਉਸੇ ਹਲਕੇ ਤੋਂ ਹੋਣਾ ਡੇਰਾ ਬਾਬਾ ਨਾਨਕ ਤੋਂ। ਉੱਥੇ ਅਗਰ ਉਹ ਸੁੱਖੀ ਰੰਧਾਵੇ ਨੂੰ ਦੱਬਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਕਿੱਥੇ ਬਿਰਸਾ ਸਿੰਘ ਬਲਟੋਹਾ ਤੇ ਨੀਚੇ ਚਲਾ ਗਿਆ। ਉਹ ਤਾਂ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਤੇ ਆ ਜਾਊਗਾ ਕਿਉਂਕਿ ਸੁੱਖੀ ਰੰਧਾਵਾ ਵੀ ਆਪਣੇ ਆਪ ਨੂੰ ਸੀਐਮ ਕੈਂਡੀਡੇਟ ਕਹਿੰਦਾ। ਨਹੀਂ ਹੈਗਾ ਹੀ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਗਾ। ਉਹਦਾ ਬਾਪ ਪ੍ਰੈਜ਼ੀਡੈਂਟ ਰਿਹਾ, ਉਹ ਕਹਿੰਦਾ ਵੀ ਹਾਂ ਮੇਰਾ ਹੈਗਾ। ਉਹ ਤਾਂ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਬੜਾ ਸੱਚਾ ਸੋਚਿਆ, ਮੈਂ ਤਾਂ ਦੁੱਧ ਧੋਤਾ, ਮੇਰੇ ਤੇ ਕੋਈ ਇਲਜ਼ਾਮ ਲਾ ਕੇ ਦਿਖਾਵੇ।
ਉਹਨੂੰ ਜੇ ਚੁਣੌਤੀ ਦੇਣ ਵਾਲੀ ਗੱਲ ਬਣਦੀ ਹੈ ਤਾਂ ਇਹ ਉੱਥੇ ਉਹ ਹੈ। ਹੁਣ ਉਹਦੇ 'ਚ ਦੋਨੇ ਗੱਲਾਂ ਹੈ। ਉਹ ਨਾਲ ਦੀ ਨਾਲ ਇੱਕ ਇਹ ਹੈ ਕਿ ਅਕਾਲੀ ਦਲ ਦੀ ਵੀ ਇਹ ਪੋਜੀਸ਼ਨ ਹੋ ਸਕਦੀ ਹੈ ਜੀ ਕਿ ਤੁਸੀਂ ਵਿਰਸਾ ਸਿੰਘ ਆ ਬਿਆਨ ਦਿਓ ਤਾਂ ਕਿ ਜਿਹੜਾ ਭਵਿੱਖ 'ਚ ਨੁਕਸਾਨ ਹੋਣਾ ਡੇਰਾ ਸੱਚਾ ਸੌਦਾ ਵਾਲੇ ਵਾਂਗੂ ਉਹਨੂੰ ਰੋਕਿਆ ਜਾ ਸਕੇ। ਇੱਕ ਉਹ ਹੋਵੇ। ਕਵਰ ਫਾਇਰ ਕਰੋ। ਦੂਜਾ ਜਿਹੜਾ ਹੈਗਾ ਉਹਦਾ ਆਪਦਾ ਕਿ ਜੀ ਇਹ ਮੇਰੇ ਲਈ ਵੀ ਚੁਣੌਤੀ ਹੈ ਤੇ ਮੇਰੇ ਬੌਸ ਲਈ ਵੀ ਚੁਣੌਤੀ ਹੈ। ਉਹ ਇਹ ਦੋਨਾਂ ਗੱਲਾਂ ਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ ਪਿਆ। ਹੁਣ ਇਹ ਅਜੇ ਕਿੱਧਰ ਨੂੰ ਜਾਂਦੀ ਹੈ ਕਹਾਣੀ। ਕਈ ਰਾਜਸੀ ਪੰਡਤਾਂ ਨਾਲ ਮੇਰੀ ਕੱਲ ਵੀ ਗੱਲ ਹੁੰਦੀ ਰਹੀ ਹੈ ਜੀ, ਕਿਉਂਕਿ ਖਬਰ ਤਾਂ ਪਰਸੋਂ ਦੀ ਹੈ। ਕੱਲ ਦੀਆਂ ਖਬਰਾਂ ਛਪੀ ਸੀ, ਆਪਣਾ ਆਫ ਸੀਗਾ, ਪਰ ਕਿਉਂਕਿ ਖਬਰ ਅੱਜ ਇਹ ਅਖਬਾਰਾਂ 'ਚ ਖਬਰ ਛਪ ਗਈ। ਕਈ ਮੇਰੀ ਆਪਣੇ ਤੁਹਾਡੇ ਪੋਲੀਟੀਸ਼ੀਅਨਸ ਨਾਲ ਵੀ ਗੱਲ ਹੋਈ ਹੈ, ਕਈ ਪੱਤਰਕਾਰਾਂ ਨਾਲ ਵੀ ਗੱਲ ਹੋਈ ਹੈ। ਸਾਰੇ ਇਸ ਗੱਲ ਨੂੰ ਲੈ ਗਏ ਕਿ ਇਹ ਡਬਲ ਜਿਹੜੀ ਹੈਗੀ ਡਬਲ ਸਟੈਂਡਰਡ ਹੈ ਜੀ ਜੀ। ਦੂਰੀ ਜਿਹੜੀ ਹੈ ਰਣਨੀਤੀ ਹੈ। ਇੱਕ ਪਾਸੇ ਆਪਣੇ ਆਪ ਨੂੰ ਡਿਫੈਂਡ ਕਰਨਾ, ਸੁਖਬੀਰ ਸਿੰਘ ਬਾਦਲ ਨੂੰ ਕਰੋ, ਨਾਲ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਨਾਲ ਦੂਜਾ ਅਟੈਕ ਹੈ ਉਹ ਹੈ ਕਿ ਇਹਨੂੰ ਇੱਥੇ ਹੀ ਦੱਬੋ। ਔਰ ਇਹਦੇ ਤੇ ਜੇ ਥੋੜਾ ਜਿਹਾ ਅੰਦਰੋਂ ਵਿਰੋਧ ਹੋਰ ਹੋ ਗਿਆ, ਕੱਲ ਕਲੋਤਰ ਨੂੰ ਵਿਰੋਧ ਹੋ ਵੀ ਸਕਦਾ ਹੈ। ਜਗੀਰ ਕੌਰ ਜਾਂ ਜਿਹੜੇ ਬੰਦੇ ਸਾਇਲੈਂਟ ਬੈਠੇ ਹਾਲੇ ਤੱਕ, ਉਹ ਅਜੇ ਚੁੱਪ ਨਹੀਂ ਕਰਕੇ ਬੈਠਣਗੇ, ਉਹ ਵੀ ਇਹਨੂੰ ਮੁੱਦਾ ਬਣਾ ਸਕਦੇ। ਆਪਣੇ ਤੁਹਾਡੇ ਸੁਖਦੇਵ ਸਿੰਘ ਢੀਂਡਸਾ ਵੀ ਬੋਲ ਪਿਆ ਵੀ ਇਹ ਗੱਲ ਗਲਤ ਹੈ। ਕੱਲ ਨੂੰ ਜੇ ਐਸੀ ਗੱਲ ਹੁੰਦੀ ਹੈ ਤਾਂ ਫਿਰ ਇਹ ਜਿਹੜਾ ਬਿਆਨ ਹੈਗਾ ਤੁਹਾਡਾ ਬਿਰਸਾ ਸਿੰਘ ਬਲਟੋਹਾ ਦਾ, ਉਹਦੇ ਆਧਾਰ ਦੇ ਉੱਤੇ ਰਿਵਿਊ ਵਾਲੀ ਗੱਲ ਵੀ ਹੋ ਸਕਦੀ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ, ਚੱਬੇ ਵਾਲੇ ਸਰਬੱਤ ਖਾਲਸਾ ਤੋਂ ਬਾਅਦ ਹੀ ਸਿੰਘ ਸਾਹਿਬਾਨ ਨੇ ਡੇਰਾ ਮੁਖੀ ਨੂੰ ਜਿਹੜੀ ਦਿੱਤੀ ਸੀਗੀ ਮਾਫੀ, ਉਹ ਫਿਰ ਵਾਪਸ ਵੀ ਲਈ ਸੀ। ਇਸ ਕਰਕੇ ਇਹ ਕਿੱਧਰ ਨੂੰ ਜਾਣੀ। ਅਗਲੀ ਗੱਲ ਹੁਣ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਸਮੱਸਿਆ ਬਹੁਤ ਵੱਡੀ ਹੈ। ਸਮੱਸਿਆ ਅਗਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ, ਬਾਈਬਲ ਕਲਾਂ ਵਾਲੀ ਮਿਆਦ ਹੈ ਜਿਹੜੀ ਉਹ ਲਗਭਗ ਖਤਮ ਹੋ ਗਈ। ਬਾਈਬਲ ਕਲਾਂ 'ਚ ਜਿਹੜੇ ਦੋ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਦੀ ਮੌਤ ਹੋਈ ਸੀ ਜੀ, ਤੇ ਇਹ ਫਿਰ ਨਾਲ ਇਹ ਦੇਖੋ ਕਿ ਇੱਕ ਖਾਲਸਾ ਬਹੀਰ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਨੰਦਪੁਰ ਸਾਹਿਬ ਹੋਈ, ਉਹਦੇ ਨਾਲ ਲੋਕ ਕਿੰਨੇ ਕੁ ਜਿਹੜੇ ਹੈਗੇ ਜੁੜਦੇ ਹੈ। ਤੇ ਜੇ ਉਹ ਜੁੜਦੇ ਹੈ ਤੇ ਜੁੜਨਗੇ ਤੇ ਇਹ ਪੱਕੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਹੋਰੀ ਫਿਰ ਮੂੰਹ ਬਰਗਾੜੀ ਵਾਲੇ ਪਾਸੇ ਵੀ ਕਰ ਸਕਦੇ। ਤੇ ਜੇ ਫਿਰ ਪ੍ਰੈਸ਼ਰ ਪੈ ਗਿਆ, ਉਹ ਪ੍ਰੈਸ਼ਰ ਲਗਭਗ ਉਹੋ ਜਿਹਾ ਹੋਣਾ ਜਿਹੇ ਜਿਹਾ ਉਹ ਸਰਬੱਤ ਖਾਲਸਾ ਚੱਬਾ ਵੇਲੇ ਸੀ, ਤੇ ਫਿਰ ਬੈਗੇਰ ਵੀ ਪਾਉਣਾ ਪੈਸਾ। ਇਸ ਕਰਕੇ ਇਹਨੂੰ ਛੋਟੀ ਗੱਲ ਨਹੀਂ ਹੈ। ਇਹਦੇ ਵਿੱਚ ਮਤਲਬ ਜਿਹੜੇ ਹੁਣ ਥਿੰਕ ਟੈਂਕ ਹੈ ਜੀ, ਜਿਹੜੇ ਥਿੰਕ ਟੈਂਕ ਆ ਉਹ ਥਿੰਕ ਟੈਂਕ ਵਾਲੇ ਸੋਚਣ ਤੇ ਲੱਗੇ ਪਏ। ਵੈਸੇ ਉਹ ਤੁਸੀਂ ਜ਼ਿਕਰ ਕਰ ਹੀ ਲਿਆ ਸੀ, ਇੱਕ ਤਾਂ ਥਿੰਕ ਟੈਂਕ ਜਿਹੜਾ ਹੈਗਾ ਅੱਜ ਕੱਲ੍ਹ ਥੋੜਾ ਜਿਹਾ ਪੈਂਚਰ ਹੋਇਆ ਵਾ, ਉਹ ਟੈਂਕ ਦਾ ਮੇਰੇ ਖਿਆਲ ਪਈਆ ਕੋਈ ਗੜਬੜ ਸੀ। ਵੈਸੇ ਉਹ ਕੀਤੀ ਹੈ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਬਿਆਨ ਜੇ ਉਹ ਵੀ ਬਦਲ ਰਿਹਾ ਨਾ। ਹਾਂਜੀ ਡਾਮਾਡੋਲ ਜਾ ਹਜੇ ਵੀ, ਪਰ ਵਾਰੀ ਕਲੈਰੀਫਿਕੇਸ਼ਨ ਉਹ ਤੋਂ ਹੋ ਨਹੀਂ ਰਹੀਆਂ ਕਿਉਂਕਿ ਜੱਜ ਗਈ ਨਾ ਲੋਕਾਂ ਦੇ ਗੱਲ। ਬਿਲਕੁਲ। ਸੋ ਖਾਲਸਾ ਜੇਕਰ ਤੁਹਾਡੇ ਟਰੱਕ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਰੀਫਰ ਦੇ ਯੂਨਿਟ ਜਾਂ ਗੈਸ ਦੀ ਕਮੀ ਹੈ ਤਾਂ ਤੁਸੀਂ ਫਿਰ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ 10224 ਰੈਜੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੇ ਜਾ ਸਕਦੇ ਹੋ। ਫੋਨ ਨੰਬਰ ਹੈ ਜੀ 8043728800। ਇਹਨਾਂ ਕੋਲ ਬੜੀ ਐਡਵਾਂਸ ਕਿਸਮ ਦੀਆਂ ਮਸ਼ੀਨਸ ਨੇ। 3 ਐਕਸਲ ਟਰੱਕ ਅਲਾਈਨਮੈਂਟ ਤੋਂ ਲੈ ਕੇ ਆਇਲ ਚੇਂਜ, ਡੈਫ ਕਲੀਨਿਕ, DOT ਸੇਫਟੀ, ਟੋ ਟਰੱਕ ਵਗੈਰਾ ਵੀ ਕਰਦੇ ਨੇ। ਸੋ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਜ਼ਰੂਰ ਦੇ ਦੇਣਾ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। 1315 ਵੈਸਟਰਨ ਹੰਨਾ ਐਵੀਨਿਊ, ਇੰਡੀਅਨੈਪੋਲਿਸ। ਪਰਮਜਾ ਜੱਸੀ ਨੂੰ ਤੁਸੀਂ 317 979 7205 ਜਾਂ 6612045818 ਦੇ ਉੱਤੇ ਕਾਲ ਕਰ ਲੈਣਾ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ, ਤੁਹਾਨੂੰ ਯੂਜ਼ ਤੇ ਬ੍ਰੈਂਡ ਨਿਊ ਟਾਇਰਸ ਦੇ ਵਿੱਚ ਅੱਛਾ ਡਿਸਕਾਊਂਟ ਵੀ ਮਿਲੇਗਾ। ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਜਿਹੜੀ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਵਧੀਆ ਬੋਨਸ ਦਿੰਦੇ ਨੇ, ਪੰਜਾਬੀ ਦੇ ਵਿੱਚ ਡਿਸਪੈਚ ਕਰਦੇ ਨੇ, ਲੋਕਲ ਏਰੀਆ ਜੌਬ ਹੈ। ਗੁਰਵਿੰਦਰ ਧਾਲੀਵਾਲ ਨਾਲ 2063544060, ਜਗਦੇਵ ਸੰਧੂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਲਈ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰਿੰਦਰ ਗਰੇਵਾਲ ਹੋਰਾਂ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ, ਟੈਕਸਿਸ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 24915 ਐਵੀਨਿਊ ਕੈਂਟ, ਵਾਸ਼ਿੰਗਟਨ ਦੇ ਵਿੱਚ। ਤੁਸੀਂ ਪੰਜਾਬੀ ਦੇ ਵਿੱਚ ਬੇਝਿਜਕ ਹੋ ਕੇ ਆਪਣੀ ਜਿਹੜੀ ਹੈ ਅਪਾਇੰਟਮੈਂਟ ਬਣਾ ਸਕਦੇ ਹੋ। ਅਤੇ ਹੁਣ ਢਿੱਲੋਂ ਸਾਹਿਬ ਗੱਲ ਕਰੀਏ ਪਰੋਲ ਕੰਮ ਬਣਾਈ ਰਾਮ ਰਹੀਮ ਦੀ ਫਿਰ ਹਰਿਆਣੇ 'ਚ। ਦੇਖੋ ਗੱਲ ਹੈ, ਜੇ ਪੈਰੋਲਾਂ ਦੇ ਨਾਲ ਸਾਧਾਂ ਸੰਤਾਂ ਦੇ ਕਹਿਣ ਦੇ ਉੱਤੇ ਸਰਕਾਰਾਂ ਬਣਨ ਲੱਗ ਜਾਣ ਜੀ ਤਾਂ ਫਿਰ ਲੋਕਤੰਤਰ ਕਿੱਥੇ ਹੈ। ਲੋਕਤੰਤਰ ਜਿਹੜਾ ਲੋਕਾਂ ਦੁਆਰਾ ਹੁੰਦਾ, ਤੇ ਇਸ ਵੇਲੇ ਤਾਂ ਆਪਾਂ ਦੇਖੀਏ ਗੁਜਰਾਤ ਦੀਆਂ ਚੋਣਾਂ ਹੋ ਰਹੀਆਂ ਤੇ ਗੁਜਰਾਤ ਦੀਆਂ ਚੋਣਾਂ 'ਚ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ। ਠੀਕ ਹੈ, ਹਰ ਇੱਕ ਇਹ ਦਾਅਵਾ ਕਰ ਰਿਹਾ ਕਿ ਸਾਡੀ ਸਰਕਾਰ ਬਣਨੀ, ਕਿਹਦੀ ਬਣਨੀ ਨਾ ਬਣਨੀ। ਜਿਵੇਂ ਪੈਰੋਲ ਵਾਲੇ ਮਾਮਲੇ 'ਚ ਵੈਸੇ ਮੈਨੂੰ ਨਹੀਂ ਪਤਾ ਵੀ ਰਾਮ ਰਹੀਮ ਨੂੰ ਇੰਨਾ ਕਿਉਂ ਉਭਾਰਿਆ ਜਾ ਰਿਹਾ ਹੈ। ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ 2002 ਦੇ ਵਿੱਚ ਕਾਂਗਰਸ ਪਾਰਟੀ ਪਾਵਰ 'ਚ ਆਈ ਸੀ।
ਉਹ ਤੋਂ ਪਹਿਲਾਂ 1997 'ਚ ਅਕਾਲੀ ਦਲ ਵਾਲੇ ਪਾਵਰ ਦੇ ਵਿੱਚ ਆਏ ਸੀ ਤੇ 97 ਦੇ ਵਿੱਚ ਵੀ ਡੇਰੇ ਵਾਲਿਆਂ ਨੇ ਵੋਟਾਂ ਇਹਨਾਂ ਨੂੰ ਪਾਈਆਂ ਸੀ ਜੀ। 2002 ਦੇ ਵਿੱਚ ਉਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਤੀਆਂ ਸੀ, ਲੇਕਿਨ 2007 ਦੇ ਆਉਣ ਵੇਲੇ ਤੱਕ ਜੀ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਰਹੇ ਸੀ। ਤੇ ਇਹ ਹਲਕੇ ਦੇ ਵਿੱਚ ਜਿਹੜਾ ਆਪਣਾ ਮਾਲਵਾ ਹਲਕਾ ਹੈ, ਜੀ ਇਲਾਕਾ ਹੈ ਮਾਲਵਾ, ਜਿਹਦੀਆਂ 69 ਸੀਟਾਂ ਹੈ, ਇੱਥੇ ਵੀ ਬਹੁਤ ਵੱਡਾ ਝਟਕਾ ਲੱਗਿਆ ਸੀ ਅਕਾਲੀ ਦਲ ਨੂੰ। ਠੀਕ ਹੈ। ਤੇ ਅਕਾਲੀ ਦਲ ਦੀ ਜੇ 2007 ਦੇ ਵਿੱਚ ਸਰਕਾਰ ਬਣੀ ਸੀ, ਉਹ ਮਾਝਾ ਤੇ ਦੁਆਬਾ ਦੇ ਸਿਰ ਤੇ ਬਣੀ ਸੀ। ਜੀ। ਉਹ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਕਿ ਇਹਨਾਂ ਦਾ ਟਕਰਾਅ ਹੋ ਗਿਆ। ਤੇ ਟਕਰਾਅ ਕਿਸ ਪੱਧਰ ਤੱਕ ਹੋਇਆ, ਪਰਚੇ ਵੀ ਹੋਏ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਵੀ ਕੀਤੀ, ਉਹ ਪਰਚੇ ਵੀ ਹੋਏ, ਫਿਰ ਪਰਚੇ ਵਾਪਸ ਵੀ। ਫਿਰ 2009 ਦੀ ਇਲੈਕਸ਼ਨ ਆਉਂਦੀ। 2009 ਦੀ ਇਲੈਕਸ਼ਨ ਵੇਲੇ, ਪਾਰਲੀਮੈਂਟ ਦੀ ਇਲੈਕਸ਼ਨ ਵੇਲੇ, ਡੇਰੇ ਵਾਲਿਆਂ ਦਾ ਝੁਕਾਅ ਜਿਹੜਾ ਹੈਗਾ ਕਾਂਗਰਸ ਪਾਰਟੀ ਵਾਲੇ ਪਾਸਿਓਂ ਹਟ ਗਿਆ ਸੀ। ਜੀ। ਤੇ 2012 ਨੂੰ ਆਉਂਦਿਆਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਸਾਰਾ ਕੀ ਕੁਛ ਹੋ ਗਿਆ ਸੀ। ਜੀ। 2012 ਵੇਲੇ ਤਾਂ ਇੱਕ ਐਸਐਸਪੀ ਜਿਹੜੇ ਅੱਜ ਕੱਲ੍ਹ IG ਹੈ, ਨਿਹਾਲ ਸਿੰਘ, ਬਠਿੰਡੇ ਦੇ ਐਸਐਸਪੀ ਲੱਗੇ ਹੁੰਦੇ ਸੀ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜੀ ਡੇਰਾ ਮੁਖੀ ਨੇ ਆਪਦੇ ਕੇਸ ਨੂੰ, FIR ਨੂੰ ਕੁਐਸ਼ ਕਰਵਾਉਣ ਵਾਸਤੇ, ਰੱਦ ਕਰਵਾਉਣ ਵਾਸਤੇ ਪਟੀਸ਼ਨ ਪਾਈ ਸੀ। ਉਹਦੇ ਵਿੱਚ ਨੇ ਕਹਿੰਦੇ ਮੇਰੇ ਖਿਲਾਫ ਕੋਈ ਸਬੂਤ ਹੈ ਨਹੀਂ। ਲੇਕਿਨ ਜਿਹੜਾ ਉਸ ਵੇਲੇ ਦਾ ਐਸਐਸਪੀ ਸੀ, ਉਹਨੇ ਐਫੀਡੇਵਿਟ ਦਿੱਤਾ ਸੀ, ਜੀ ਸਾਡੇ ਕੋਲ ਸਫੀਸ਼ੀਐਂਟ ਸਬੂਤ ਹੈਗੇ, ਜੀ ਜੀ ਐਵੀਡੈਂਸ ਹੈਗੀ ਹੈ, ਕੇਸ ਚਲਾਓ। ਕਹਿੰਦੇ ਜੀ ਨਹੀਂ, ਕੇਸ ਚੱਲੂਗਾ ਕਹਿਤਾ ਸੀ। ਉਹਦੀ ਪਟੀਸ਼ਨ ਰੱਦ ਹੋ ਗਈ ਸੀ। ਤੇ 2012 ਦੀ ਚੋਣ ਆਉਣ ਵੇਲੇ ਤੱਕ ਤਾਂ ਦਾਨੇਵਾਲੀਆ ਸਾਹਿਬ ਫਿਰ ਇੱਕ ਥਾਣੇਦਾਰ ਨੇ ਜਾ ਕੇ ਐਪਲੀਕੇਸ਼ਨ ਦਿੱਤੀ ਸੀ ਵੀ ਨਹੀਂ ਜੀ, ਨਹੀਂ ਦੇ ਖਿਲਾਫ ਤਾਂ ਕੁਛ ਹੈ ਹੀ ਨਹੀਂ ਤੇ ਤੁਸੀਂ ਰੱਦ ਕਰ ਲਓ। ਇਹਦੇ ਬਾਵਜੂਦ ਵੀ ਜੇ ਆਪਾਂ ਦੇਖੀਏ ਤਾਂ ਹੁਣ ਵੀ ਡੇਰਾ ਮੁਖੀ ਨੇ ਜਾਂ ਡੇਰੇ ਵਾਲਿਆਂ ਨੇ ਮਦਦ ਤਾਂ ਅਕਾਲੀ ਦਲ ਦੀ ਕੀਤੀ, ਪਰ ਅਕਾਲੀ ਦਲ ਕਿੱਥੋਂ ਕਿੱਥੇ ਆ ਗਿਆ। ਜੀ। ਅਕਾਲੀ ਦਲ ਤਾਂ ਹੁਣ ਇਸ ਵੇਲੇ 3 ਸੀਟਾਂ ਤੇ ਖੜ ਗਿਆ ਨੇ। ਇਹ ਪਤਾ ਨਹੀਂ ਪੋਲੀਟੀਕਲ ਬੰਦੇ ਉਹਨੂੰ ਕਿਉਂ ਚੜਾਈ ਜਾਂਦੇ, ਵੀ ਐਡੀ ਗੱਲ ਹੋ ਜੂ ਜੀ, ਐਡੀ ਗੱਲ ਹੋ ਜੂ। ਤੇ ਇਹਨਾਂ ਜਿਹੜੀਆਂ ਹੁਣ ਹਰਿਆਣੇ ਵਾਲੀਆਂ ਇਲੈਕਸ਼ਨਾਂ ਹੋਈਆਂ, ਇਹ ਇਲੈਕਸ਼ਨਾਂ ਉਹ ਹੈ ਜਿਹੜੀਆਂ ਇਲੈਕਸ਼ਨਾਂ ਸਟੇਟ ਗੌਰਮੈਂਟ ਦੇ ਇਲੈਕਸ਼ਨ ਵੱਲੋਂ ਬਣਾਏ ਹੋਏ ਇਲੈਕਸ਼ਨ ਕਮਿਸ਼ਨ ਦੀ ਜਿਹੜੇ ਨਿਗਰਾਨੀ ਹੁੰਦੀ ਜੀ। ਇਹ ਉਹ ਨਹੀਂ ਕਿ ਭਾਰਤੀ ਚੋਣ ਕਮਿਸ਼ਨ ਦੀ ਨਿਗਰਾਨੀ ਥੱਲੇ ਹੁੰਦੀ ਹੈ। ਵੈਸੇ ਅੱਜ ਕੱਲ੍ਹ ਤਾਂ ਭਾਰਤੀ ਚੋਣ ਕਮਿਸ਼ਨ ਦੇ ਉੱਤੇ ਵੀ ਕਿੰਤੂ ਪਰੰਤੂ ਸੁਪਰੀਮ ਕੋਰਟ ਦੇ ਆਉਣੇ ਸ਼ੁਰੂ ਹੋ ਗਏ, ਵੀ ਨਿਰਪੱਖਤਾ ਵਾਲੀ ਗੱਲ ਹੈ ਨਹੀਂ। ਸਟੇਟ ਦਾ ਕਮਿਸ਼ਨ ਤਾਂ ਹੁੰਦਾ ਹੀ ਸਟੇਟ ਦਾ, ਜਿਵੇਂ ਉਹੀ DC ਲੱਗਦੇ ਤੇ ਉਹੀ DC ਲੱਗਦੇ, ਉਹਨਾਂ ਨੇ ਵੋਟਾਂ ਬਣਾਉਣੀਆਂ, ਉਹਨਾਂ ਨੇ ਕਟਾਉਣੀਆਂ, ਉਹਨਾਂ ਨੇ ਡਿਕਲੇਅਰ ਕਰਨਾ, ਬਾਅਦ ਚ ਤੁਰੇ ਫਿਰੋ। ਇਹਦੇ ਬਾਵਜੂਦ ਹੁਣ ਹਾਲਤ ਕੀ ਬਣੀ ਹੋਈ ਹੈ? ਹਾਲਤ ਇਹ ਬਣੀ ਹੋਈ ਹੈ ਕਿ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਉਹ ਹਾਰ ਗਏ। ਕੁਰਕਸ਼ੇਤਰ ਤੋਂ ਇੱਕ ਪਾਰਲੀਮੈਂਟ ਦੇ ਮੈਂਬਰ ਹੈ ਚੁਣੇ ਹੋਏ, ਨੈਬ ਸਿੰਘ ਸੈਣੀ, ਉਹਨਾਂ ਦੀ ਵਾਈਫ ਖੜੀ ਹੋਈ ਸੀ ਆਪਦੇ ਵਾਰਡ ਤੋਂ, ਪਾਰਲੀਮੈਂਟ ਦੇ ਮੈਂਬਰ ਦੀ ਵਾਈਫ ਹਾਰ ਗਈ। ਦੱਸੋ। ਪੰਚਕੂਲੇ ਨੂੰ ਜੇ ਆਪਾਂ ਕਹਿ ਦਈਏ ਤਾਂ ਹਰਿਆਣੇ ਦੀ ਅਸਲ ਰਾਜਧਾਨੀ ਉਹੀ ਹੈ। ਜਿਵੇਂ ਸਾਡੇ ਵਾਲਿਆਂ ਨੇ ਵੀ ਕਲੇਮ ਛੱਡ ਕੇ ਇੱਧਰ ਨੂੰ ਆਉਣੇ ਸ਼ੁਰੂ ਹੋ ਗਏ ਮੋਹਾਲੀ ਵਾਲੇ ਪਾਸੇ। ਪੰਚਕੂਲੇ ਦੇ ਵਿੱਚ ਦਾਨੇਵਾਲੀਆ ਸਾਹਿਬ, ਜੇ ਮੈਂ ਤੁਹਾਨੂੰ ਰਿਜ਼ਲਟ ਦੱਸਾਂ ਤਾਂ ਤੁਸੀਂ ਜਮਾਂ ਹੈਰਾਨ ਰਹਿ ਜਾਓਗੇ। ਖਾਤਾ ਵੀ ਨਹੀਂ ਖੁੱਲਿਆ ਭਾਰਤੀ ਜਨਤਾ ਪਾਰਟੀ। ਅੱਛਾ ਜੀ। ਹਾਂ ਦੱਸੋ। ਜੇ ਪੰਚਕੂਲੇ 'ਚ ਖਾਤਾ ਨਹੀਂ ਖੁੱਲਿਆ ਤਾਂ ਅੰਦਾਜ਼ਾ ਲਓ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਗੱਲਾਂ ਹੈ। ਹੁਣ ਦੇਖੋ ਟੋਟਲ ਹਰਿਆਣੇ ਦੇ ਜ਼ਿਲ੍ਹੇ ਹੈ 22 ਜੀ, ਤੇ 22 ਜ਼ਿਲ੍ਹਿਆਂ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਹੈ। 22 ਜ਼ਿਲ੍ਹਾ ਪ੍ਰੀਸ਼ਦਾਂ ਦੇ ਜੇ ਆਪਾਂ ਦੇਖੀਏ ਕੁੱਲ ਮੈਂਬਰ ਕਿੰਨੇ ਹੈ? 411 ਮੈਂਬਰ ਹੈ। 411 ਮੈਂਬਰ ਹੈ, ਤੇ 411 ਦੇ ਵਿੱਚੋਂ ਜੇ ਆਪਾਂ ਦੇਖੀਏ 7 ਜ਼ਿਲ੍ਹਿਆਂ 'ਚ ਭਾਜਪਾ ਦੇ ਕਿੰਨੇ ਜਿੱਤੇ ਆ ਜੀ? 411 'ਚ ਜੀ 7 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਦੇ 411 ਖੜੇ ਕੀਤੇ ਸੀ, ਸ਼ਾਇਦ ਗਿਣਤੀ ਤਾਂ ਜ਼ਿਆਦਾ ਹੋਵੇ। 7 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ 411 ਖੜੇ ਕੀਤੇ ਸੀ, ਤੇ ਜਿੱਤੇ ਕਿੰਨੇ ਹੈ ਜੀ? ਟੋਟਲ 411 ਚੋਂ 102 ਤੇ ਖੜੇ ਕੀਤੇ, ਜਿੱਤੇ ਸਿਰਫ 23। ਅੱਛਾ, ਇਸੇ ਤਰੀਕੇ ਨਾਲ ਜੇ ਆਪਾਂ ਦੇਖੀਏ ਆਮ ਆਦਮੀ ਪਾਰਟੀ ਵਾਲਿਆਂ ਨੇ, ਉਹਨਾਂ ਨੇ ਆਪਣੇ ਚੋਣ ਨਿਸ਼ਾਨ ਤੇ ਚੋਣ ਇਲੈਕਸ਼ਨ ਲੜੀ ਹੈ। ਉਹਨਾਂ ਨੇ 100 ਬੰਦੇ ਖੜੇ ਕੀਤੇ ਸੀ ਤੇ ਜਿੱਤੇ ਉਹਨਾਂ ਦੇ 15। ਪਰ 15 ਵੀ ਆਪਾਂ ਨੇ ਕਿਹਾ ਉਹਨਾਂ ਦਾ ਖਾਤਾ ਖੁੱਲ ਗਿਆ, ਤਾਂ ਗੇਨ ਕਰਨ ਨੂੰ ਹੀ ਹੈ ਸਾਰਾ ਕੁਝ। ਉਹਨਾਂ ਨੂੰ ਗੇਨ ਕਰਨ ਉਹਨਾਂ ਦੇ ਪੱਲੇ ਕੱਖ ਨਹੀਂ ਸੀ। ਕਾਂਗਰਸ ਪਾਰਟੀ ਨੇ ਤੇ ਜਨਤਾ ਪਾਰਟੀ ਤੇ ਇਹਨਾਂ ਨੇ ਜੀ ਆਪਣੇ ਕੈਂਡੀਡੇਟ ਨਹੀਂ ਸੀ ਖੜੇ ਕੀਤੇ ਚੋਣ ਨਿਸ਼ਾਨ ਤੇ, ਕਿਉਂਕਿ BJP ਵਾਲਾ ਦਾ ਚੋਣ ਨਿਸ਼ਾਨ ਤੇ ਖੜੇ ਕਰਨ ਦਾ ਮਕਸਦ ਇਹ ਸੀ ਕਿ ਅਸੀਂ ਦੱਸੀਏ ਲੋਕ ਸਾਡੇ ਹੱਕ ਵਿੱਚ ਆ, ਫਤਵਾ ਸਾਡੇ ਹੱਕ 'ਚ ਦੇਣਗੇ। ਆਮ ਆਦਮੀ ਪਾਰਟੀ ਨੇ ਦਿਖਾਉਣਾ ਸੀ ਕਿ ਜਿਹੜੇ ਸਾਡੇ ਕੋਲੇ ਆ ਗਏ, ਸਾਡੇ ਕੋਲ ਤਾਂ ਕੁਛ ਹੈ ਤਾਂ ਹੈ ਨਹੀਂ ਪੱਲੇ, ਜਿਹੜਾ ਖੱਟਾਂਗੇ ਤੇ ਅਸੀਂ ਫਿਰ ਇਹ ਕਹਿਣ ਜੋ ਕਰੋਗੇ ਜੀ ਇੰਨੇ ਬੰਦੇ ਸਾਨੂੰ ਹੋ ਗਏ, ਸਾਡੇ ਖਾਤੇ ਖੁੱਲ ਗਏ। ਇਹਦੇ ਬਾਵਜੂਦ ਵੀ ਜੇ ਆਪਾਂ ਉੱਥੇ ਦੇਖੀਏ ਤਾਂ 300 ਬੰਦਾ ਇੰਡੀਪੈਂਡੈਂਟ ਜਿੱਤੇ। ਅੱਛਾ ਜੀ। ਜਿਹੜੇ 300 ਇੰਡੀਪੈਂਡੈਂਟ ਜਿੱਤੇ ਹੈ, ਇਹਦਾ ਮਤਲਬ ਇਹ 300 ਇੰਡੀਪੈਂਡੈਂਟ ਫਿਰ ਅੱਗੇ ਰਾਹ ਬਣਾਉਣਗੇ। ਨਹੀਂ, ਉਹ ਇੰਡੀਪੈਂਡੈਂਟ ਜਿੱਤੇ ਜਿਹੜੇ ਕਾਂਗਰਸ ਪਾਰਟੀ ਨੇ ਇੰਡੀਪੈਂਡੈਂਟ ਬੰਦੇ ਖੜੇ ਕੀਤੇ ਸੀ। ਅੱਛਾ, ਵੀ ਪੰਜੇ ਤੇ ਨਹੀਂ, ਉਹਨਾਂ ਨੇ ਆਦਾ ਚੋਣ ਨਿਸ਼ਾਨ ਤੇ ਨਹੀਂ ਲੜੇ, ਉਹਨਾਂ ਨੇ ਖੜੇ ਕੀਤੇ। ਮੰਨ ਲਓ ਦੂਜੇ ਵੀ ਕਰ ਲਓ, ਆਪਾਂ ਇਹਨਾਂ ਦੇ ਵੀ ਕਰ। 411 ਦੇ ਵਿੱਚੋਂ
300 ਬੰਦਾ ਜਿਹੜਾ ਜਿੱਤਿਆ ਵਾ ਉਹ ਤਾਂ ਬੀਜੇਪੀ ਦੇ ਖਿਲਾਫ ਹੈ ਨਾ। ਖਿਲਾਫ ਹੈ ਬਿਲਕੁਲ। ਉਹਨਾਂ ਨੇ ਬੀਜੇਪੀ ਨੂੰ ਕੰਟੈਸਟ ਕਰਕੇ ਜਿੱਤੇ 300। ਔਰ ਇਹ ਇਲਾਕਾ ਕਿਹੜਾ ਜੀ? ਦਿਹਾਤੀ ਪੇਂਡੂ ਇਲਾਕਾ। ਤੇ ਪੇਂਡੂ ਇਲਾਕੇ ਦੇ ਵਿੱਚੋਂ ਜੇ ਇਸ ਤਰ੍ਹਾਂ ਦੀ ਮਾਰ ਪੈਂਦੀ ਹੈ ਤਾਂ ਫਿਰ ਤਾਂ ਬਹੁਤ ਦੇਖੋ ਤੁਸੀਂ ਕਿੰਨੀ ਭਿਆਨਕ ਸਥਿਤੀ ਹੈ। ਹੁਣ ਖਬਰਾਂ ਇਹ ਵੀ ਆਉਣੀਆਂ ਸ਼ੁਰੂ ਹੋ ਗਈਆਂ ਜੀ ਕਿ ਹੁਣ ਇਹ ਸੋਚਣ ਲੱਗੀ ਹੈ ਭਾਰਤੀ ਜਨਤਾ ਪਾਰਟੀ ਕਿ ਮਨੋਹਰ ਲਾਲ ਖੱਟਰ ਨੂੰ ਵਿਦਾ ਕਰਦੀ ਹੈ ਤੇ ਉਹਦੀ ਥਾਂ ਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਅੱਗੇ ਲੈ ਕੇ ਆਂਦਾ ਜਾਵੇ। ਉਹ ਤਾਂ ਫਿਰ ਵਿੱਚ ਜਾਊਗਾ। ਚਲੋ ਜੋ ਵੀ ਹੈ ਵਿੱਚ ਆਉਂਦਾ ਕੌਣ ਆਉਂਦਾ ਆਪਣਾ ਕੀ ਆਪਣਾ ਕੁਲਦੀਪ ਬਿਸ਼ਨੋਈ ਵੀ ਆ ਗਿਆ ਨਾ ਨਵਾਂ ਕਿ ਨਹੀਂ ਇਹਨਾਂ ਦੇ ਕੋਲੇ ਭਜਨ ਲਾਲ ਦਾ ਬੇਟਾ ਹੈ ਉਹ ਤਾਂ ਤੁਹਾਨੂੰ ਪਤਾ ਲਾੜੇ ਸਨੇ ਬਰਾਤ ਸਾਰਾ ਕੁਝ ਲੈ ਕੇ ਚਲਾ ਗਿਆ। ਪਰ ਅਗਲੇ ਪਾਸੇ ਜੇ ਆਪਾਂ ਦੇਖੀਏ ਹਾਲਾਂਕਿ ਕਾਂਗਰਸ ਪਾਰਟੀ ਪੱਟ ਉਤਾੜ ਹੈ। ਕਿਰਨ ਚੌਧਰੀ ਦਾ ਜਿਹੜੀ ਚੌਧਰੀ ਬੰਸੀ ਲਾਲ ਦੀ ਨੂੰਹ ਆ ਉਹਦਾ 36 ਦਾ ਅੰਕੜਾ ਹੈ ਭੁਪਿੰਦਰ ਸਿੰਘ ਹੁੱਡਾ ਨਾਲ। ਕੁਮਾਰੀ ਸ਼ੈਲਜਾ ਸਟੇਟ ਦੀ ਪ੍ਰੈਜ਼ੀਡੈਂਟ ਸੀ ਉਹਨੇ ਲਹਾਤੀ ਆਪਣੇ ਬੰਦੇ ਨੂੰ ਸਟੇਟ ਦਾ ਪ੍ਰੈਜ਼ੀਡੈਂਟ ਬਣ ਗਿਆ ਤੇ ਆਪ ਉਹ ਸਰਵਾ ਮਤਲਬ ਉਹਦੇ ਤੇ ਕਾਂਗਰਸ ਪਾਰਟੀ ਨੇ ਮਤਲਬ ਕਹਿਤਾ ਕਿ ਇਹਦੀ ਅਗਵਾਈ ਚ ਲੜਨੀ। ਤੇ ਇਹਦੇ ਬਾਵਜੂਦ ਵੀ ਜੇ ਪਾਟੋ ਧਾੜ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਉੱਥੇ ਸ਼ਾਨ ਨਾਲ ਇਹ ਗੱਲ ਕਹਿੰਦੀ ਹੈ ਕਿ ਅਸੀਂ ਜਿੱਤੇ ਹਾਂ। 300 ਦੇ ਵਿੱਚੋਂ ਚਲੋ ਉਹਨਾਂ ਦੇ 20 50 100 ਕੁਛ ਤਾਂ ਉਹਦਾ ਜਿੱਤਿਆ ਹੋਊ। ਭਾਰਤੀ ਜਨਤਾ ਪਾਰਟੀ ਨੂੰ ਫਿਰ ਵੀ ਤੇ ਬੜੀ ਮੁਸ਼ਕਿਲ ਆ ਜਾਣੀ ਇਹਨਾਂ ਨੂੰ। ਇਸ ਵਾਸਤੇ ਇਹਨੂੰ ਇਕੱਲਾ ਪਏ ਨਾ ਹੁਣ ਦੇਖੀਏ ਕਿ ਇਹ ਜਿਹੜਾ ਹੈਗਾ ਟ੍ਰੈਂਡ ਇਹ ਹਰਿਆਣੇ 'ਚੋਂ ਹੈ ਜੀ। 5 ਤਾਰੀਖ ਨੂੰ ਵੋਟਾਂ ਪੈਣੀਆਂ। ਅੱਜ ਹੈਗੀ 28 ਤਾਰੀਖ ਕੱਲ ਨੂੰ 29। 5 ਤਾਰੀਖ ਨੂੰ ਜਿਹੜੀ ਇਲੈਕਸ਼ਨ ਹੋਣੀ ਹੈ ਉਹ ਹੋਣੀ ਹੈ ਪਹਿਲੇ ਪੜਾਅ ਦੀ ਗੁਜਰਾਤ ਦੇ ਵਿੱਚ ਜੀ। ਦੂਜੀ ਹੋਣੀ ਹੈ 8 ਨੂੰ। 5 ਤੋਂ ਬਾਅਦ ਜਿਹੜਾ ਹੈਗਾ ਮੇਰੇ ਖਿਆਲ ਮੁਤਾਬਕ ਟ੍ਰੈਂਡ ਸ਼ੁਰੂ ਹੋ ਜਾਣੇ ਕਿ ਜਿਹੜੀ ਕੀ ਕਹਿੰਦੇ ਹੁੰਦੇ ਆਪਾਂ ਨੂੰ ਐਗਜ਼ਿਟ ਪੋਲ ਜੀ। ਤੇ ਜੋ ਖਬਰ ਆ ਰਹੀ ਹੈ ਦਾਨੇਵਾਲੀਆ ਸਾਹਿਬ ਜਿਹੜੀਆਂ ਅਫਵਾਹਾਂ ਆ ਰਹੀਆਂ ਲੋਕਾਂ ਦੀ ਜਿਹੜੀ ਚੁੰਝ ਚਰਚਾ ਆ ਰਹੀ ਹੈ ਦੰਦ ਕਥਾ ਆ ਰਹੀ ਹੈ ਜੀ ਉਹ ਦੰਦ ਕਥਾ ਇਹ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ। ਭਾਰਤੀ ਜਨਤਾ ਪਾਰਟੀ ਹਾਰ ਰਹੀ ਹੈ। ਕਾਂਗਰਸ ਪਾਰਟੀ ਜਿੱਤ ਰਹੀ ਹੈ। ਔਰ ਇਹ ਵੀ ਕਿਹਾ ਜਾਣ ਲੱਗਿਆ ਕਿ ਜਿਹੜੀ ਐਗਜ਼ਿਟ ਪੋਲ ਦੇ ਉੱਤੇ ਪਾਬੰਦੀ ਲਾਈ ਹੈ ਚੋਣ ਕਮਿਸ਼ਨ ਨੇ ਇਹ ਲਾਈ ਨਹੀਂ ਲਵਾਈ ਗਈ ਹੈ। ਅੱਛਾ ਜੀ। ਮੈਨੂੰ ਹੁਣ ਤੁਸੀਂ ਇਹ ਦੱਸੋ ਇਨ ਕੇਸ ਤੇ ਥੋੜੀ ਬਹੁਤੀ ਵੀ ਹਵਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੁੰਦੀ ਜੀ ਤੇ ਕੀ ਗੋਦੀ ਮੀਡੀਆ ਦੇ ਉੱਤੇ ਸ਼ਾਮ ਵਾਲੀਆਂ ਡਿਬੇਟਾਂ ਨਹੀਂ ਹੋਣੀਆਂ ਸੀ ਪ੍ਰਾਈਮ ਟੀਮ ਹੁੰਦੀਆਂ ਬਿਲਕੁਲ। ਉਹ ਹੁਣ ਉਹ ਬੋਲਦੇ ਕਿਉਂ ਨਹੀਂ? ਇਸ ਵੇਲੇ ਸਾਰਾ ਜ਼ੋਰ ਜਿਹੜਾ ਹੈਗਾ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਹੈ ਜਿਹੜੀ ਤੁਹਾਡੀ ਗੁਜਰਾਤ ਦੀ ਇਲੈਕਸ਼ਨ ਹੈ। ਗੁਜਰਾਤ ਦੀ ਇਲੈਕਸ਼ਨ ਨੂੰ ਤਾਂ ਹਿੰਦੂ ਮੁਸਲਿਮ ਇਲੈਕਸ਼ਨ ਬਣਾ ਕੇ ਲੜਿਆ ਜਾ ਰਿਹਾ ਹੈ। ਕੱਲ ਤੁਸੀਂ ਦੇਖੋ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਕੀ ਆ ਰਹੀ ਜੀ। ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿ ਪਹਿਲਾਂ ਗੁਜਰਾਤ ਦੇ ਵਿੱਚ ਡੇਲੀ ਦੰਗੇ ਹੁੰਦੇ ਸੀ ਜੀ। ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਦੰਗੇ ਹੁੰਦੇ ਸੀ। 2002 ਦੇ ਵਿੱਚ ਅਜਿਹਾ ਸਬਕ ਸਿਖਾਇਆ ਜੀ ਇਹੋ ਜਿਹਾ ਅਨੁਸ਼ਾਸਿਤ ਕੀਤਾ ਘੱਟ ਗਿਣਤੀ ਭਾਈਚਾਰੇ ਨੂੰ। ਮੈਂ ਹੁਣ ਸਿੱਧਾ ਹੀ ਕਹਿੰਦੇ ਮੁਸਲਮਾਨ ਭਾਈਚਾਰੇ ਨੂੰ ਉਸ ਤੋਂ ਬਾਅਦ ਜ਼ਰੂਰਤ ਨਹੀਂ ਉਹਨਾਂ ਦੀ ਕੋਈ ਗੜਬੜ ਹੋ ਜਾਏ। ਇਹ ਗ੍ਰਹਿ ਮੰਤਰੀ ਕਹਿ ਰਿਹਾ ਦਾਨੇਵਾਲ ਸਾਹਿਬ ਇਹਨੂੰ ਦੱਸੋ ਕਿ ਇਹਨੂੰ ਹੇਟ ਸਪੀਚ ਨਹੀਂ ਕਹੋਗੇ? ਇਹ ਹੋਰ ਕੀ ਹੈ? ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਿੱਥੇ ਹੇਟ ਸਪੀਚ ਹੁੰਦੀ ਹੈ ਕਿਸੇ ਨੂੰ ਕੰਪਲੇਂਟ ਕਰਨ ਦੀ ਲੋੜ ਨਾ ਪਵੇ। ਪੁਲਿਸ ਆਪਣੇ ਆਪ ਕੇਸ ਰਜਿਸਟਰ ਕਰੇ। ਚੋਣ ਕਮਿਸ਼ਨ ਚੁੱਪ ਕਿਉਂ ਹੈ? ਕਿਉਂਕਿ ਇਸ ਵੇਲੇ ਗੁਜਰਾਤ ਦਾ ਪ੍ਰਬੰਧ ਚੋਣ ਕਮਿਸ਼ਨ ਕੋਲੇ FIR ਦਰਜ ਕਿਉਂ ਨਹੀਂ ਕਰਵਾਉਂਦੀ? ਗੁਜਰਾਤ ਦੀ ਪੁਲਿਸ ਨੇ ਤਾਂ ਆਪਾਂ ਨੂੰ ਪਤਾ ਕਰਨਾ ਹੀ ਕਰਨਾ ਨਹੀਂ। ਸੁਪਰੀਮ ਕੋਰਟ ਇਹਦਾ ਨੋਟਿਸ ਕਿਉਂ ਨਹੀਂ ਲੈਂਦੀ ਕਿ ਅਸੀਂ ਹੁਕਮ ਕੀਤਾ ਸੀ ਉਹਦੇ ਤੇ? ਇਹ ਹੋਇਆ ਅੱਜ ਪ੍ਰਧਾਨ ਮੰਤਰੀ ਸਾਹਿਬ ਦੀ ਫੇਰ ਸਟੇਟਮੈਂਟ ਛਪੀ ਹੈ ਅਖਬਾਰਾਂ ਦੇ ਵਿੱਚ। ਉਹ ਕਹਿੰਦੇ ਇਸ ਦੇਸ਼ ਦੇ ਵਿੱਚ ਜੀ ਜਿਹੜੀ ਹੈਗੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਅਫਰਾ ਤਫਰੀ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਬਟਲਾ ਹਾਊਸ ਦਾ ਫਿਰ ਹੁਣ ਉਹ ਹਵਾਲਾ ਦਿੰਦੇ ਆ। ਅੱਛਾ ਕਿਹੜੇ ਵੇਲੇ ਦੀ ਗੱਲ ਹੈ ਬਟਲਾ ਹਾਊਸ? ਦੱਸੋ। ਬਟਲਾ ਹਾਊਸ ਦੇ ਵਿੱਚ ਜਿਹੜੀ ਇੱਕ ਮੁਕਾਬਲਾ ਹੋਇਆ ਸੀ ਉਸ ਮੁਕਾਬਲੇ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਰਾਏ ਵੱਖਰੀ ਹੈ ਸਰਕਾਰ ਨਾਲੋਂ ਤੇ ਪੁਲਿਸ ਨਾਲੋਂ। ਉਹ ਕਹਿੰਦੇ ਜੀ ਇਹ ਮੁਕਾਬਲਾ ਅਸਲ ਦੇ ਵਿੱਚ ਮੁਕਾਬਲਾ ਨਹੀਂ ਹੋਇਆ, ਇਹ ਇੱਕ ਤਰਫਾ ਕਾਰਵਾਈ ਕੀਤੀ ਹੈ। ਕਾਂਗਰਸ ਪਾਰਟੀ ਨੇ ਵੀ ਕਿਹਾ ਸੀ ਵੀ ਇਹ ਸਾਨੂੰ ਵੀ ਇਹਦੇ ਤੇ ਸ਼ੱਕ ਹੈ। ਉਸ ਵੇਲੇ ਭਾਰਤੀ ਜਨਤਾ ਪਾਰਟੀ ਫਿਲਮ ਵੀ ਬਣੀ ਹੈ। ਅਦਾਲਤ ਨੇ ਭਾਵੇਂ ਉਹਨਾਂ ਨੂੰ ਕੈਦ ਕਰਤਾ। ਅਦਾਲਤਾਂ ਸਾਡੇ ਦੇਸ਼ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਨਿਆਂ ਨਹੀਂ ਹੁੰਦਾ ਜੀ। ਕਈ ਵਾਰੀ ਜੱਜ ਸਾਹਿਬਾਨ ਆਪ ਕਹਿ ਦਿੰਦੇ ਹੁੰਦੇ ਹੈ ਕਿ ਇੱਥੇ ਸਬੂਤਾਂ ਦੇ ਆਧਾਰ ਤੇ ਫੈਸਲੇ ਹੁੰਦੇ ਹੈ। ਜੇ ਤਾਂ ਤੁਸੀਂ ਸੱਚੇ ਹੋ ਤੁਸੀਂ ਅਪਰਾਧ ਨਹੀਂ ਕੀਤਾ, ਅਸੀਂ 4 ਬੰਦੇ ਤੁਹਾਡੇ ਖਿਲਾਫ ਇੱਕ ਸਾਜ਼ਿਸ਼ ਬਣਾ ਕੇ ਗਵਾਹ ਤਿਆਰ ਕਰਕੇ SHO ਨਾਲ IO ਨਾਲ ਮਿਲ ਕੇ ਤੇ ਤੁਹਾਡੇ ਖਿਲਾਫ ਕੇਸ ਰਜਿਸਟਰ ਕਰਕੇ ਤੁਹਾਡਾ ਪੂਰਾ ਮੱਕੂ ਬਣ ਕੇ ਚਾਰਜ ਸ਼ੀਟ ਦਾਇਰ ਕਰਦੇ ਤੇ ਅਸੀਂ ਇੱਥੇ ਪਹਿਰਾ ਦਿੰਦੇ ਚਾਰਜ ਫਰੇਮ ਹੋ ਕੇ ਅਦਾਲਤ ਨੇ ਕਹਿਣਾ ਵੀ ਠੀਕ ਹੈ ਸਾਨੂੰ ਆਹ ਬੰਦੇ ਕਹਿੰਦੇ ਸਬੂਤ ਆ ਕੇ ਤੁਹਾਨੂੰ ਟੰਗ ਦੇਣਗੇ। ਇੱਥੇ ਆਪਾਂ ਦੇਖਿਆ ਕਿ ਬੇਦੋਸ਼ੇ ਫਾਂਸੀ ਆਉਂਦੇ ਦੇਖੇ। ਬਿਲਕੁਲ ਪਤਾ ਹੀ ਹੈ ਪੰਜਾਬ ਦੇ ਵਿੱਚ ਕਿੰਨੇ ਜਿਹੜੇ ਕਾਤਲ ਹੈ ਉਹ ਛੁੱਟਦੇ ਵੀ ਦੇਖੇ ਗਏ।
ਸੋ ਸਬੂਤ ਜਿਹੜੇ ਹੈਗੇ ਉਹਨਾਂ ਨੇ ਸਬੂਤ ਆਪਦੇ ਬਣਾ ਕੇ ਦੇਤੇ ਤੇ ਉਹਨਾਂ ਬੰਦਿਆਂ ਨੂੰ ਭਾਵੇਂ ਕੈਦ ਹੋ ਗਈ। ਪਰ ਇੱਕ ਜਿਹੜੀ ਹੁੰਦੀ ਹੈ ਲੋਕ ਅਦਾਲਤ, ਲੋਕ ਅਦਾਲਤ ਦੇ ਵਿੱਚ ਤਾਂ ਉਹਨੂੰ ਉਹੀ ਮੰਨਿਆ ਜਾ ਰਿਹਾ ਕਿ ਉਹ ਉਸ ਕਿਸਮ ਦਾ ਮੁਕਾਬਲਾ ਨਹੀਂ ਸੀ। ਅੱਜ ਜੇ ਪ੍ਰਧਾਨ ਮੰਤਰੀ ਗੁਜਰਾਤ ਦੇ ਵਿੱਚ ਇਹ ਗੱਲ ਕਹਿਣ ਨੂੰ ਮਜਬੂਰ ਹੋਏ ਹੈ, ਉਹੀ ਫਿਰ ਦੁਬਾਰਾ ਹਿੰਦੂ ਮੁਸਲਿਮ ਮਾਮਲਾ ਬਣਾਇਆ ਜਾ ਰਿਹਾ, ਉਹ ਪੋਲਰਾਈਜੇਸ਼ਨ ਵਾਲੀ ਗੱਲ, ਹਿੰਦੂ ਕਾਰਡ ਵਾਲੀ ਗੱਲ ਕੀਤੀ ਜਾ ਰਹੀ ਹੈ। ਔਰ ਇੱਥੋਂ ਤੱਕ ਹੈ ਕਿ ਓਵੈਸੀ ਵਾਲਾ ਮਾਮਲਾ ਵੀ ਉੱਥੇ ਸੂਤ ਨਹੀਂ ਆ ਰਿਹਾ। ਤੇ ਹੁਣ ਇਹ ਨਾਲ ਇਹਨੂੰ ਜੋੜ ਕੇ ਦੇਖੋ ਜੋ ਕੁਛ ਹਰਿਆਣੇ 'ਚ ਹੋਇਆ, ਜੋ ਹਿਮਾਚਲ 'ਚੋਂ ਹਵਾ ਆ ਰਹੀ ਹੈ, ਗੁਜਰਾਤ ਦੇ ਵਿੱਚ ਜੇ ਕੁਛ ਐਸੀ ਵੈਸੀ ਹੋਈ, ਗੁਜਰਾਤ ਦੇ ਵਿੱਚ ਕੁਛ ਵੀ ਹੋ ਸਕਦਾ। ਇਹ ਪ੍ਰਧਾਨ ਮੰਤਰੀ ਨੇ ਆਪ ਇੱਕ ਬੀਜੇਪੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਿਸ਼ਚਿੰਤ ਹੋਣ ਦੀ ਲੋੜ ਨਹੀਂ ਕਿ ਅਸੀਂ ਪੱਕੇ ਹਾਂ। ਕਾਂਗਰਸ ਪਾਰਟੀ ਕਹਿੰਦੇ ਵੀ ਜਿਹੜੀ ਹੈ ਚੁੱਪ ਚਪੀਤੇ ਆਪਦੀ ਕੰਪੇਨ ਚਲਾ ਰਹੀ ਹੈ। ਕੱਲ ਕਲੋਤਰ ਤੱਕ ਤਾਂ ਗੱਲਾਂ ਇਹ ਲੱਗਦੀਆਂ ਸੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ, ਆਮ ਆਦਮੀ ਪਾਰਟੀ ਨੁਕਸਾਨ ਪਹੁੰਚਾਊਗੀ ਕਾਂਗਰਸ ਪਰ ਨਹੀਂ। ਪਰ ਹੁਣ ਜਿਹੜੀ ਗੱਲ ਆ ਗਈ ਕਿ ਸ਼ਹਿਰਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ, ਤੇ ਪਿਛਲੀ ਵਾਰੀ ਜੇ ਸਰਕਾਰ ਬਣੀ ਸੀ ਤੇ ਸ਼ਹਿਰੀ ਵੋਟਾਂ ਪਈਆਂ ਸੀ ਬੀਜੇਪੀ ਵਾਲਿਆਂ ਨੂੰ, ਪੇਂਡੂ ਹਲਕਿਆਂ ਦੇ ਵਿੱਚ ਉਹਨਾਂ ਨੂੰ ਸਕੱਸ਼ ਦਾ ਸਾਹਮਣਾ ਕਰਨਾ ਪਿਆ ਸੀ, ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹਨਾਂ ਹਾਲਾਤਾਂ ਦੇ ਵਿੱਚ ਰਿਜ਼ਲਟ ਕੁਝ ਵੀ ਆ ਸਕਦਾ ਹੈ। ਉੱਥੇ ਆਮ ਆਦਮੀ ਪਾਰਟੀ ਜਿਵੇਂ ਅੰਡਰਕੰਟ ਆਪਾਂ ਦੇਖੀਏ, ਪੰਜਾਬ ਦੇ ਵਿੱਚ ਕੌਣ ਮੰਨਦਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਲੂਗੀ, ਸੀਟਾਂ ਬੰਨ ਮਿਲੇਗੀ, ਉੱਥੇ ਉਹ ਵੀ ਆ ਸਕਦੀ ਹੈ। ਉੱਥੇ ਇਹ ਵੀ ਹੋ ਸਕਦਾ ਕਿ ਜੇ ਸ਼ਹਿਰੀ ਵੋਟਾਂ ਨੂੰ ਆਮ ਆਦਮੀ ਪਾਰਟੀ ਨੇ ਸੰਨ ਲਾ ਲਈ ਜੀ ਤਾਂ ਫਿਰ ਕਾਂਗਰਸ ਪਾਰਟੀ ਦਾ ਵੀ ਦਰ ਲੱਗ ਸਕਦਾ। ਉਹ ਤਾਂ ਡਿਵਾਈਡ ਐਂਡ ਰੂਲ ਹੈ ਜੀ, ਡਿਵਾਈਡ ਐਂਡ ਰੂਲ। ਹੁਣ ਇਹ ਜਿਹੜੀ ਹਰਿਆਣੇ ਵਾਲੀ ਜਿਹੜੇ ਰਿਜ਼ਲਟ ਆ ਰਹੇ ਹੈ, ਇਹਨਾਂ ਰਿਜ਼ਲਟਾਂ ਨੂੰ ਜੇ ਅਸੀਂ ਵੱਡੇ ਸੰਦਰਭ ਦੇ ਵਿੱਚ ਦੇਖੀਏ ਤਾਂ ਇਹ ਬਹੁਤ ਵੱਡਾ ਸਿਗਨਲ ਹੈ 2024 ਲਈ। ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਲੈ ਲਈਏ ਜੀ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਸੋ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਨਾਲ ਰੇਡੀਓ ਪੰਜਾਬ ਟੂਡੇ ਦੇ ਤੇ ਆਪਣਾ ਬਿਜ਼ਨਸ ਦਾ ਪ੍ਰਮੋਸ਼ਨ ਕਰਾਉਣਾ ਚਾਹੁੰਦੇ ਤਾਂ ਤੁਸੀਂ 9780141741 ਤੇ ਸੰਪਰਕ ਕਰੋ। ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ।
ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਅਸੀਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਆ। ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਤਮਾਮ ਜੁੜੇ ਹੋਏ ਭਰਾ ਜਿਹੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਵੱਧ ਤੋਂ ਵੱਧ ਕਮੈਂਟ, ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਤੇ ਹੁਣ ਢਿੱਲੋਂ ਸਾਹਿਬ ਤੁਹਾਨੂੰ ਗੱਲ ਕਰਦੇ ਫਰੀਦਕੋਟ ਰਿਆਸਤ ਦਾ ਜਿਹੜਾ ਇੱਕ ਟਰੱਸਟ ਸੀ, ਉਹ ਬੱਚਿਆਂ ਦੀ ਰਾਜਾ ਸਾਹਿਬ ਦੇ ਜਿਹੜੇ ਧੀਆਂ ਸੀਗੀਆਂ ਉਹਨਾਂ ਦਾ ਰੌਲਾ ਪੈ ਗਿਆ ਸੀ, ਕਿਉਂਕਿ ਇੱਕ ਧੀ ਨੇ ਆਪਣੇ ਆਪ ਵਿਆਹ ਕਰਾ ਲਿਆ ਸੀ ਤੇ ਉਹਨੂੰ ਵਿੱਚ ਪਾਇਆ ਹੀ ਨਹੀਂ ਸੀਗਾ ਜਾਇਦਾਦ ਦੇ ਵਿੱਚ। ਉਹ ਜਿੱਤ ਗਈ, ਟਰੱਸਟ ਖਾਰਜ ਹੋ ਗਿਆ। ਹੁਣ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਪਈ ਆ। ਹੁਣ ਇਹਨੂੰ ਸਰਕਾਰ ਜਿਹੜੀ ਆ, ਪੰਜਾਬ ਸਰਕਾਰ ਦੀਆਂ ਲਾਲਾਂ ਡਿੱਗ ਪਈਆਂ, ਕਹਿੰਦੀਆਂ ਵੀ ਇਹ ਵੀ ਆਪਦੇ ਹੱਥ ਹੇਠ ਕਰ ਲਈਏ। ਜਿਵੇਂ ਤੁਹਾਨੂੰ ਪਤਾ ਮੁਸ਼ਤਰਕੇ ਖਾਤੇ ਵਾਲਿਆਂ ਮਗਰ ਪਏ ਸੀ ਇਹ, ਮੈਨੂੰ ਨਹੀਂ ਪਤਾ ਵੀ ਇਹਨਾਂ ਸਲਾਹਕਾਰ ਕਿਹੜਾ। ਕਹਿੰਦੇ ਹੁਣ ਇਹਨਾਂ ਇੱਕ ਹੋਰ ਤਰੀਕਾ ਲੱਭਿਆ, ਕਹਿੰਦੇ ਕਿਸੇ ਨੇ, ਕਹਿੰਦੇ ਸਰਪਲਸ ਕੱਢ ਦਿਓ ਇਹਨੂੰ। ਦੇਖੋ ਗੱਲ ਇਹ ਕੀ ਹੈ, ਬਲਵੰਤ ਸਿੰਘ ਰਾਮੂ ਵਾਲੀ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਉਸ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਜਿਹੜੀ ਸਰਕਾਰ ਘਰ ਦੇ ਭਾਂਡੇ ਵੇਚਣ ਲੱਗ ਜੇ। ਜੀ, ਭਾਂਡੇ ਆਪਣੇ ਰੋਜ਼ ਖਾਣ ਪੀਣ ਦੇ ਕੰਮ ਆਉਂਦੇ ਆ, ਗਹਿਣੇ ਗੱਟੇ ਆਪਣੇ ਔਖੇ ਵੇਲੇ ਕੰਮ ਆਉਂਦੇ ਆ। ਜਾਇਦਾਦ ਜਿਹੜੀ ਹੁੰਦੀ ਹੈ ਸਾਡੀ ਅਚਲ ਜਾਇਦਾਦ, ਇਹ ਹੁੰਦੀ ਹੈ ਕਿ ਕੋਈ ਮੁਸੀਬਤ ਅਜਿਹੀ ਪੈ ਜੇ ਫਿਰ ਬੰਦੇ ਦੇ ਕੋਲੇ ਹੋਰ ਕੁਛ ਨਹੀਂ ਹੁੰਦਾ ਤੇ ਬੰਦਾ ਇਹਨੂੰ ਵੇਚ ਸਕਦਾ ਹੈ। ਤੇ ਜੇ ਰੋਜ਼ਮर्रा ਦਾ ਕੰਮ ਚਲਾਉਣ ਵਾਸਤੇ ਘਰ ਦਾ ਮੁਖੀ ਭਾਂਡੇ ਵੇਚਣੇ ਸ਼ੁਰੂ ਕਰਦੇ, ਸਮਾਨ ਵੇਚਣੇ, ਤੇ ਉਹ ਨਹੀਂ ਚੱਲਦਾ ਫਿਰ। ਉਹ ਅੱਜ ਨਾ ਤੇ ਕੱਲ ਉਹਨੇ ਘਰ ਨੇ ਉਜੜਨਾ ਹੀ ਉਜੜਨਾ। ਇਹ ਸਥਿਤੀ ਜਿਹੜੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਦੇਖਦੇ ਆ ਰਹੇ ਹਾਂ। ਪੰਜਾਬ ਦੇ ਵਿੱਚ ਸਰਕਾਰਾਂ ਰੰਗ ਬਰੰਗੀਆਂ ਆਉਂਦੀਆਂ ਰਹੀਆਂ, ਕਦੇ ਅਕਾਲੀ ਦਲ ਦੀ ਆ ਗਈ, ਕਦੇ ਕਾਂਗਰਸ ਦੀ ਆ ਗਈ। ਚਲੋ ਹੁਣ ਐਤਕੀ ਇੱਕ ਵੱਖਰਾ ਜਿਹਾ ਥੋੜਾ ਜਿਹਾ ਆ ਗਿਆ, ਫਰਕ ਪੈ ਗਿਆ। ਇਹ ਜਾਇਦਾਦਾਂ ਵੇਚਣ ਦਾ ਕਰਮ ਜਿਹੜਾ ਹੈਗਾ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਜੀ। ਕਾਂਗਰਸ ਪਾਰਟੀ ਨੇ ਓਡੀ ਤੇਜ਼ੀ ਤਾਂ ਨਹੀਂ ਦਿਖਾਈ, ਪਰ ਵੇਲੇ ਕੁ ਵੇਲੇ ਕਰ ਦਿੰਦੀ ਸੀ। ਮੇਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਤੇ ਹਾਹਾਕਾਰ ਮਚ ਰਹੀ ਹੁੰਦੀ ਸੀ ਜੀ, ਮੁਲਾਜ਼ਮਾਂ ਨੂੰ ਆਹ ਨਹੀਂ ਮਿਲ ਰਿਹਾ, ਆਹ ਨਹੀਂ ਮਿਲਿਆ। ਤੇ ਮੈਨੂੰ ਇੱਕ ਵੱਡੇ ਕਾਂਗਰਸੀ ਲੀਡਰ ਨੇ ਕਿਹਾ, ਕਹਿੰਦਾ ਯਾਰ ਤੁਸੀਂ ਪੱਤਰਕਾਰ ਹੋ, ਇੱਕ ਮਾਮਲਾ ਹੀ ਉਠਾ ਦਿਓ। ਮੈਂ ਕੀ ਗੱਲ ਹੈ? ਕਹਿੰਦਾ ਅਮਰਿੰਦਰ ਸਿੰਘ ਨੇ ਕਿਹੜਾ ਆਪਦੀ ਜ਼ਮੀਨ ਵੇਚਣੀ ਹੈ, ਜਿਵੇਂ ਕਾਲੀ ਵੇਚੀ ਗਏ। ਕਹਿੰਦਾ ਉਹ ਵੇਚ ਕੇ ਆਪਦੇ 4 ਦਿਨ ਤਾਂ ਸੌਖੇ ਕੱਢ ਲਈਏ ਅਸੀਂ, ਜਿੱਤੀ ਜਾਵਾਂਗੇ, ਨਹੀਂ ਤਾਂ ਅਗਲੀ ਵਾਰੀ ਅਸੀਂ ਜਿੱਤਣਾ ਨਹੀਂ। ਉਹ ਗੱਲ ਨਹੀਂ, ਹੁਣ ਇਹਨਾਂ ਦੀ ਆ ਗਈ ਜੀ। ਇਹਨਾਂ ਨੇ ਪਹਿਲਾਂ ਤਾਂ ਕਿਹਾ ਸੀਗਾ ਜੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀ ਉਹ ਛਡਾਵਾਂਗੇ। ਉਹ ਛਡਾਉਣ ਵਾਸਤੇ ਠੰਡੇ ਬਸਤੇ ਚ ਪੈ ਗਿਆ, ਤੁਰਲੀ ਲੈ ਕੇ ਨਗੌਰੀ ਬਲਦ ਵਾਂਗੂ। ਫਿਰ ਇੱਕ ਸੁਪਰੀਮ ਕੋਰਟ ਦਾ ਫੈਸਲਾ ਸੀ ਹਰਿਆਣੇ ਦੇ ਸੰਬੰਧ ਚ ਆਇਆ। ਉਹ ਸੁਪਰੀਮ ਕੋਰਟ ਨੇ ਕਹਿਤਾ ਯਾਰ ਇਹ ਮੁਸ਼ਤਰਕਾ ਜ਼ਮੀਨਾਂ ਦਾ ਜਿਹੜਾ ਮਾਮਲਾ ਹੈਗਾ ਇਹ ਵੀ ਪੰਚਾਇਤਾਂ ਦੀ। ਹਾਲਾਂਕਿ ਜੇ ਉਹਨੂੰ ਆਪਾਂ ਲੀਗਲੀ ਦੇਖੀਏ, ਸਿਮਰਜੀਤ ਸਿੰਘ ਮਾਨ ਪਿਛਲੇ ਦਿਨਾਂ 'ਚ ਗਵਰਨਰ ਸਾਹਿਬ ਨੂੰ ਮਿਲੇ ਸੀ ਜੀ। ਉਹਨਾਂ ਨੇ ਕਿਹਾ ਸੀ ਕਿ ਉਹ ਤੋਂ ਬਾਅਦ ਵੀ ਇੱਕ ਫੈਸਲਾ ਆ ਗਿਆ। ਉਸ ਫੈਸਲੇ ਨੂੰ ਦੇਖ ਲਈ ਤੇ ਦਾਨੇਵਾਲੀਆ ਸਾਹਿਬ ਕੁਝ ਦਿਨ ਪਹਿਲਾਂ, ਸ਼ਾਇਦ ਆਪਾਂ ਖਬਰ ਵੀ ਕੀਤੀ ਸੀ, ਕੁਝ ਦਿਨ ਪਹਿਲਾਂ ਹਰਿਆਣਾ ਦੀ ਸਰਕਾਰ ਦੇ ਖਿਲਾਫ ਮੁਸ਼ਤਰਕਾ ਮਾਲਕਾਨਾ ਵਾਲਿਆਂ ਨੇ ਕੇਸ ਕੀਤਾ ਸੀ ਕਿ ਸਾਡੀ ਜ਼ਮੀਨ ਜਿਹੜੀ ਹੈਗੀ ਹੈ ਇਹ ਨਾ ਕਰ ਲੈਣ। ਉਹ ਜਿਹੜਾ ਜਿਸ ਡਬਲ ਬੈਂਚ ਦੇ ਕੇਸ ਲੱਗਿਆ ਸੀ, ਉਸ ਬੈਂਚ ਨੇ ਉਹਦੇ ਤੇ ਸਟੇ ਕਰਤਾ। ਅੱਛਾ ਜੀ। ਸਟੇ ਕਰਕੇ ਤੇ ਨਾਲ ਦੀ ਨਾਲ ਰੈਫਰ ਕਰਤਾ ਉਹ ਮਾਮਲਾ ਚੀਫ ਜਸਟਿਸ ਨੂੰ ਜੀ, ਕਿਉਂਕਿ ਉਹ ਚੀਫ ਜਸਟਿਸ ਨੂੰ ਨੇ ਕਿਹਾ ਵੀ ਅਸੀਂ ਤਾਂ ਰੋਕ ਲਾਤੀ ਹੈ, ਸਰਕਾਰ ਇਹਨਾਂ ਦੀ ਜ਼ਮੀਨ ਨਹੀਂ ਲੈ ਸਕਦੀ। ਪਰ ਹੁਣ ਚੀਫ ਜਸਟਿਸ ਸਾਹਿਬ ਤੁਸੀਂ ਦੇਖ ਲਓ, ਕਿਉਂਕਿ ਤੁਹਾਡੇ ਕੋਲੇ ਪੰਜਾਬ ਵਾਲੀਆਂ ਪਟੀਸ਼ਨਾਂ ਵੀ ਪਈਆਂ ਜੀ। ਹੁਣ ਉਹ ਚੀਫ ਜਸਟਿਸ ਸਾਹਿਬ ਨੇ ਦੇਖਣਾ ਤੇ ਮੇਰੇ ਖਿਆਲ ਵੀ ਰੋਕ ਪੰਜਾਬ ਵਾਲੇ ਤੇ ਵੀ ਲੱਗੂਗੀ। ਗੱਲ ਉਹ ਨਹੀਂ ਆਈ। ਰਹੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਹਾਰਾਜਾ ਰਾਜਾ ਹਰਿੰਦਰ ਸਿੰਘ ਜੀ ਫਰੀਦਕੋਟ ਰਿਆਸਤ ਦੇ ਰਾਜਾ ਸੀ, ਉਹਨਾਂ ਦੇ ਜਿਉਂਦੇ ਜੀ ਉਹਨਾਂ ਦੀ ਇੱਕ ਬੇਟੀ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕਰਵਾ ਲਈ ਸੀ ਜੀ। ਤੋਂ ਰਾਜਾ ਖੁਸ਼ ਨਹੀਂ ਸੀ ਤੇ ਰਾਜੇ ਦੇ ਜਿਹੜੇ ਅਹਿਲਕਾਰ ਵੀ ਖੁਸ਼ ਨਹੀਂ ਸੀ। ਫਿਰ ਉਹ ਰਾਜਾ ਸਾਹਿਬ ਦੀ ਥੋੜੀ ਪ੍ਰੋਬਲਮ ਇਹ ਹੋ ਗਈ ਕਿ ਉਹਨਾਂ ਦਾ ਨੌਜਵਾਨ ਮੁੰਡਾ ਸੀ, ਮੌਤ ਉਹਦੀ ਵੀ ਹੋ ਗਈ ਸੀ ਜੀ। ਤੇ ਜਦੋਂ ਨੌਜਵਾਨ ਬੱਚੇ ਦੀ ਮੌਤ ਹੋ ਜਾਏ ਤੇ ਬੰਦਾ ਟੁੱਟ ਜਾਂਦਾ ਹੈ। ਤੇ ਕਈ ਵਾਰੀ ਮਤਲਬ ਜਿਹੜਾ ਹੈਗਾ ਆਪਦਾ ਜਿਹੜਾ ਸੁੱਧ ਬੁੱਧ ਭਾਵੇਂ ਕੈਮਰੇ ਵਿੱਚ, ਲੇਕਿਨ ਉਹਦੇ ਵਿੱਚ ਖੁਦ ਫੈਸਲੇ ਲੈਣ ਦੀ ਤਾਕਤ ਨਹੀਂ ਹੁੰਦੀ ਜੀ। ਅਖੀਰ ਜਦੋਂ ਨਾ ਰਹੇ ਰਾਜਾ ਸਾਹਿਬ, ਉਹ ਤੋਂ ਬਾਅਦ ਇੱਕ ਵਸੀਅਤ ਪ੍ਰਗਟ ਹੋ ਗਈ ਜੀ। ਕਹਿੰਦੇ ਜੀ ਇਹ ਵਸੀਅਤ ਰਾਜਾ ਸਾਹਿਬ ਕਰ ਗਏ ਸੀ ਤੇ ਜਿਹੜਾ ਉਹ ਮਹਾਰਵਾਲ ਖੇਵਾ ਜੀ ਟਰੱਸਟ ਹੈ, ਕਹਿੰਦੇ ਉਹਦੇ ਨਾਂ ਤੇ ਇਹ ਕਰਤੀ। ਤੇ ਟਰੱਸਟੀਆਂ ਦੇ ਵਿੱਚ ਉਸ ਕੱਲੀ ਲੜਕੀ ਨੂੰ ਕੱਢ ਕੇ ਤੇ ਮਹਾਰਾਜੇ ਦੇ ਬਾਕੀ ਜਿਹੜਾ ਹੈਗਾ ਟੱਬਰ ਉਹਨੂੰ ਪਤਾ ਸੀ। ਤੇ ਜਾਂ ਜਿਹੜੇ ਪੁਰਾਣੇ ਅਹਿਲਕਾਰ ਸੀ ਜਿਹੜੇ ਰਾਜੇ ਦੇ ਨਾਲ ਹੁੰਦੇ ਸੀ, ਉਹ ਅਹਿਲਕਾਰ ਉਹਦੇ ਪੈ ਗਏ ਜੀ। ਤਾਂ ਉਹ ਫਿਰ ਜਿਹੜੀ ਲੜਕੀ ਨੂੰ ਬਾਹਰ ਕੱਢਿਆ ਸੀ ਉਹਨੇ ਕੇਸ ਕੀਤਾ ਜੀ। ਦਾਨੇਵਾਲੀਆ ਸਭ ਥੱਲੇ ਤੋਂ ਲੈ ਕੇ ਕੇਸ ਬੜਾ ਲੰਮਾ ਚੱਲਿਆ, ਸਿਵਲ ਕੋਰਟ ਤੋਂ ਲੈ ਕੇ ਸਿਵਲ ਕੋਰਟ ਤੁਸੀਂ ਕਿੱਥੋਂ ਦੇਖੋ
ਬਿਲਕੁਲ ਹੇਠਲੇ ਦਰਜੇ ਦੇ ਮੈਜਿਸਟ੍ਰੇਟ ਤੋਂ ਉੱਥੋਂ ਲੈ ਕੇ ਮਾਮਲਾ ਸੁਪਰੀਮ ਕੋਰਟ ਤੱਕ ਚੱਲਿਆ ਜੀ ਤੇ ਸੁਪਰੀਮ ਕੋਰਟ ਦੇ ਵਿੱਚੋਂ ਅਲਟੀਮੇਟਲੀ ਇੱਕ ਜਿੱਤ ਪ੍ਰਾਪਤ ਹੋਈ ਉਹਨੂੰ। ਹੁਣ ਅੱਜ ਜਦੋਂ ਸਿਵਲ ਕੋਰਟ ਆ ਗਈ ਜੀ ਤੇ ਮੇਰੇ ਫਿਰ ਦਾਨੇਵਾਲੀਆ ਸਾਹਿਬ ਇੱਕ ਹੋਰ ਕਹਾਣੀ ਯਾਦ ਆਉਂਦੀ ਹੈ। ਅੱਛਾ ਜੀ। ਮੈਂ ਪਿਛਲੇ ਦਿਨਾਂ 'ਚ ਪਾਕਿਸਤਾਨ 'ਚ ਗਿਆ ਸੀ। ਪਾਕਿਸਤਾਨ ਦੇ ਵਿੱਚ ਜਦੋਂ ਮੈਂ ਭੱਟੀ ਖਾਨਦਾਨ ਦੇ ਜਿਹੜੇ 19ਵੇਂ ਉਹਨਾਂ ਦੇ ਵੰਸ਼ਜ ਹਾਂਜੀ ਰਾਏ ਸਲੀਮ ਭੱਟੀ ਨੂੰ ਮਿਲਿਆ, ਉਹ ਗੱਲਾਂ ਬਾਤਾਂ ਕਰਦਿਆਂ ਕਰਾਉਂਦੇ ਉਹਨਾਂ ਨੇ ਇੱਕ ਗਿਲਾ ਜ਼ਾਹਰ ਕੀਤਾ ਜੀ। ਉਹ ਕਹਿੰਦੇ ਯੂਟਿਊਬ ਦੇ ਉੱਤੇ ਕਈ ਕਿਸਮ ਦੀਆਂ ਜਿਹੜੀਆਂ ਹੈਗੀਆਂ ਇਸ ਵੇਲੇ ਵੀਡੀਓ ਵੀ ਚੱਲ ਰਹੀਆਂ, ਕੁਝ ਲੋਕਾਂ ਨੇ ਆਰਟੀਕਲ ਵੀ ਲਿਖਤੇ। ਉਹਨਾਂ ਨੇ ਕਹਿੰਦੇ ਜੀ ਸਾਡੇ ਤੇ ਇੱਕ ਇਲਜ਼ਾਮ ਲਾਤਾ ਕਿ ਰਾਏ ਬੁਲਾਰ ਭੱਟੀ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਲਈ ਜਿਹੜੀ 19,500 ਏਕੜ ਜ਼ਮੀਨ ਦਾਨ ਕੀਤੀ ਸੀ ਤੇ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਵਾਰਸ ਸੀ ਉਹਨਾਂ ਨੇ ਉਹ ਜ਼ਮੀਨ ਵਾਪਸ ਲੈਣ ਵਾਸਤੇ ਕੇਸ ਕਰਤਾ ਸੀ ਤੇ ਸੁਪਰੀਮ ਕੋਰਟ 'ਚੋਂ ਕੇਸ ਕਹਿੰਦੇ ਜੀ ਉਹ ਜਿੱਤ ਗਏ ਸੀ। ਤੇ ਫਿਰ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਵੀ ਨਹੀਂ ਭਾਈ ਫਿਰ ਤੁਸੀਂ ਦੇਖ ਲਓ, ਕਰਾ ਲਓ, ਤੇ ਫਿਰ ਉਹਨਾਂ ਨੇ ਉਹ ਆਪਦਾ ਕੇਸ ਵਾਪਸ ਲੈ ਲਿਆ, ਹੱਕ ਛੱਡਤਾ ਸੀ। ਰਾਏ ਸਲੀਮ ਭੱਟੀ ਜਿਹੜੇ ਉਹ ਆਪ ਵੀ ਵਕੀਲ ਹੈ, ਉਹਨਾਂ ਨੇ ਮੈਨੂੰ ਸਿੱਧਾ ਕੁਐਸਚਨ ਕੀਤਾ। ਉਹ ਕਹਿੰਦੇ ਸੁਪਰੀਮ ਕੋਰਟ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ, ਸੁਪਰੀਮ ਕੋਰਟ ਦੇ ਵਿੱਚ ਤਾਂ ਹੀ ਜਾਵਾਂਗੇ ਨਾ ਜੇ ਪਹਿਲਾਂ ਥੱਲੇ ਕੇਸ ਕੀਤਾ ਹੋਊਗਾ। ਹਾਂ, ਅਸੀਂ ਸਬ ਜੱਜ ਦੇ ਨਹੀਂ ਕੀਤਾ, ਸਾਡਾ ਕੇਸ ਸੈਸ਼ਨ ਕੋਰਟ 'ਚ ਨਹੀਂ ਗਿਆ, ਸਾਡਾ ਕੇਸ ਹਾਈ ਕੋਰਟ 'ਚ ਨਹੀਂ ਗਿਆ, ਸੁਪਰੀਮ ਕੋਰਟ ਸਿੱਧਾ ਕਿਵੇਂ ਚਲਾ ਗਿਆ? ਇਹ ਕਿਹੜੇ ਵਿਦਵਾਨ ਹੈ ਜਿਹੜੇ ਵਿਦਵਾਨਾਂ ਨੇ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ? ਘੱਟੋ ਘੱਟ ਸਾਡੇ ਨਾਲ ਇਸ ਕਿਸਮ ਦੀ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਦਾਨੇਵਾਲੀਆ ਸਾਹਿਬ ਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿਆਂ। ਤਲਵੰਡੀ ਸਾਬੋ ਤੋਂ ਆਪਣੇ ਇੱਕ ਬੜੇ ਸ਼ੁਭ ਚਿੰਤਕ ਹੈ, ਤੁਹਾਡੇ ਨਾਲ ਜਦੋਂ ਸੁਲਤਾਨਪੁਰ ਲੋਧੀ ਵਾਲੇ ਪਾਸੇ ਹੜ੍ਹ ਆਏ ਸੀ ਉਹ ਸੇਵਾ ਵਾਸਤੇ ਵੀ ਨਾਲ ਗਿਆ ਸੀ ਮੁੰਡਾ ਆਪਣੇ ਇਕਬਾਲ ਹੋਰਾਂ ਦਾ ਖਾਨਦਾਨ ਜਿਹੜਾ ਹੈਗਾ ਇਹ ਬਾਬਾ ਡੱਲਾ ਸਿੰਘ ਦੇ ਖਾਨਦਾਨ ਚੋਂ ਜੀ। ਭਾਈ ਡੱਲ ਸਿੰਘ ਜੀ ਨੂੰ ਕਹਿੰਦੇ ਜਿਹਨਾਂ ਦੀ ਯਾਦ ਦੇ ਵਿੱਚ ਦੀਵਾਨ ਹਾਲ ਵੀ ਬਣੇ। ਔਰ ਭਾਈ ਡੱਲ ਸਿੰਘ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਇਹਨਾਂ ਦਾ ਸੰਸਕਾਰ ਵੀ ਜਿਹੜਾ ਹੈਗਾ ਨਾ ਤਖਤ ਸਾਹਿਬ ਤੇ ਹੁੰਦਾ ਹੈ। ਅੱਛਾ ਜੀ। ਉੱਥੇ ਹੁੰਦਾ ਇਹਨਾਂ ਨੂੰ। ਤਾਂ ਇਕਬਾਲ ਦਾ ਇੱਕ ਕਜ਼ਨ ਹੈ ਰਣਵੀਰ ਸਿੰਘ, ਮੇਰਾ ਉਹ ਚੰਗਾ ਦੋਸਤ ਹੈ। ਇੱਕ ਵਾਰੀ ਅਸੀਂ ਬੈਠੇ ਗੱਲਾਂ ਕਰ ਲਏ, ਕਹਿੰਦਾ ਯਾਰ ਇਤਿਹਾਸ ਨੂੰ ਨਾ ਕਈ ਵਾਰੀ ਆਪਣੇ ਬੰਦੇ ਵਿਗਾੜ ਦਿੰਦੇ। ਮੈਂ ਰਣਵੀਰ ਨੂੰ ਕਿਹਾ ਵੀ ਤੁਸੀਂ ਕਿਵੇਂ ਕਹਿੰਦੇ ਸਿੱਧੂ ਸਾਹਿਬ ਵੀ ਤੁਹਾਡਾ ਇਤਿਹਾਸ ਵਿਗਾੜਤਾ? ਤੇ ਉਹਨੇ ਮੈਨੂੰ ਇੱਕ ਗੱਲ ਕਹੀ, ਉਹ ਕਹਿੰਦਾ ਜੀ ਤੁਸੀਂ ਦੇਖੋ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅੱਜ ਦੇ ਦੌਰ ਦੇ ਵਿੱਚ ਉਹਨਾਂ ਨੂੰ ਸਟੇਟ ਨੇ ਕਿੰਨਾ ਖਤਰਨਾਕ ਬਣਾ ਕੇ ਪੇਸ਼ ਕੀਤਾ ਸੀ ਵੀ ਜੀ ਤਾਂ ਬਹੁਤ ਹੀ ਖਤਰਨਾਕ ਬੰਦਾ, ਜਿੱਧਰ ਨੂੰ ਜਾਂਦਾ ਬਸ ਉਧਰ ਅੱਗ ਹੀ ਅੱਗ ਹੈ। ਤੇ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਨੂੰ ਇਸ ਦੌਰ ਦੇ ਵਿੱਚ ਆਪਣੀ ਮਤਲਬ ਸ਼ੈਲਟਰ ਦੇਣ, ਉਹਨਾਂ ਨੂੰ ਆਪਣੇ ਘਰੇ ਰੱਖਣ, ਤੇ ਉਹਨਾਂ ਦਾ ਹਾਲ ਕੀ ਕਰ ਤੂੰ ਬੱਚੇ ਕਹਾਣੀ ਪੀੜ ਤੂੰ ਹਾਲਤ ਇਹ ਬਣ ਜਾਣੀ ਹੈ। ਤੇ ਗੁਰੂ ਗੋਬਿੰਦ ਸਿੰਘ ਦੇ ਜ਼ਮਾਨੇ ਦੇ ਵਿੱਚ ਤਾਂ ਕਹਿੰਦੇ ਚਲੋ ਤਾਂ ਹੁਣ ਅਖਬਾਰ ਹੈ ਕਿ ਉਦੋਂ ਕਿਹੜੇ ਅਖਬਾਰ ਹੁੰਦੇ ਸੀ, ਕਿਹੜੇ ਟੈਲੀਵਿਜ਼ਨ ਹੁੰਦੇ ਸੀ? ਉਦੋਂ ਜਿਹੜੇ ਹੈਗੇ ਚਾਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਸੀ, ਮਾਤਾ ਵੀ ਸ਼ਹੀਦ ਹੋ ਗਈ, ਚੁਗਲ ਹੁੰਦੇ ਸੀ, ਖਬਰਾਂ ਦੇਣ ਵਾਲੇ ਖਬਰਾਂ ਹੁੰਦੇ ਸੀ। ਕਹਿੰਦੇ ਗੁਰੂ ਸਾਹਿਬ ਇੱਥੇ ਆ ਗਏ, ਸਾਡੇ ਬਜ਼ੁਰਗ ਨੇ ਭਾਈ ਡੱਲ ਸਿੰਘ ਹੋਰਾਂ ਨੇ ਉਹਨਾਂ ਤੋਂ ਅੰਮ੍ਰਿਤਪਾਨ ਵੀ ਕੀਤਾ, ਡੱਲੇ ਚੌਧਰੀ ਤੋਂ ਡੱਲ ਸਿੰਘ ਬਣ ਗਿਆ, ਉਹਨੇ ਸਾਰਾ ਕੁਝ ਕੀਤਾ, ਸੇਵਾ ਵੀ ਕਰਦਾ ਰਿਹਾ। ਇੱਕ ਵਾਰੀ ਕਹਿੰਦੇ ਇੱਕ ਕਥਾ ਹੈ, ਪਤਾ ਨਹੀਂ ਕਹਿੰਦੇ ਕੋਈ ਬੰਦੂਕ ਦੇ ਗਿਆ, ਸ਼ੁਭ ਚਿੰਤਕ ਵੀ ਬਾਬਾ ਜੀ ਗੁਰੂ ਸਾਹਿਬ ਬੰਦੂਕ ਦੇ ਗਏ ਤੇ ਉਹ ਕਹਿੰਦੇ ਵੀ ਚੱਲ ਵੀ ਡੱਲ ਸਿੰਘ ਖੜ ਮੂਹਰੇ ਭਾਈ ਤੇਰੇ ਤੇ ਪਰਖਣੀ ਹੈ। ਕਹਿੰਦਾ ਉਹਨੇ ਹੱਥ ਬੰਨ ਕੇ ਕਹਿੰਦਾ ਬਾਬਾ ਹੂੰ ਕਾਹਨੂੰ ਮਾਰਦਾ ਹੈ ਕਿ ਕਿਸੇ ਜੰਗ 'ਚ ਕੁਝ ਸ਼ਹੀਦ ਹੋ ਜਾਗੇ ਉੱਥੇ ਠੀਕ ਹੈ। ਦੋ ਬੰਦੇ ਕਹਿੰਦਾ ਵੀਰ ਸਿੰਘ ਧੀਰ ਸਿੰਘ ਹੋਰੀ ਉੱਥੇ ਆ ਕੇ ਚਲੋ ਕਹਿੰਦੇ ਕੁਰਬਾਨੀ ਉਹਨਾਂ ਦੀ ਵੀ ਹੈਗੀ ਹੈ, ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਸਾਡੇ ਨਾਲ ਕਹਿੰਦਾ ਜਿਵੇਂ ਸਾਡੇ ਕਵੀਸ਼ਰ ਹੈ ਨਾ, ਉਹ ਕਹਿੰਦੇ ਡੱਲਿਆ ਉਹ ਡੇਲੇ ਖਾਣਿਆ ਤੇ ਧਮਕਿਆ ਕੀਤੀ ਕਰਾਈ ਤੇ ਸਾਰੀ ਤੇ ਕਹਿੰਦਾ ਪਾਣੀ ਫੇਰ ਦਿੰਦੇ। ਬਿਲਕੁਲ ਨਾ। ਹੁਣ ਉਹੀ ਗੱਲ ਮੈਨੂੰ ਜਿਹੜੀ ਉਹਦੀ ਆਈ ਯਾਦ ਭਾਈ ਆਪਣਾ ਰਾਏ ਸਲੀਮ ਭੱਟੀ ਦੀ ਵੀ, ਉਹ ਗੁਰੂ ਸਾਹਿਬ ਦਾ ਚਾਹੇ ਪਹਿਲੇ ਪਾਤਸ਼ਾਹ ਸੀ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਇਤਿਹਾਸ ਨੇ ਸਾਡੇ ਨੇ ਜਾਂ ਸਾਡੇ ਸੋ ਕਾਲਡ ਇਤਿਹਾਸਕਾਰਾਂ ਨੇ ਜਾਂ ਕਿੱਸਾਕਾਰਾਂ ਨੇ ਉਹਨਾਂ ਨਾਲ ਵੀ ਬੇਇਨਸਾਫੀ ਕੀਤੀ ਤੇ ਬੇਇਨਸਾਫੀ ਭਾਈ ਡਲਸ ਵਾਲੇ ਪਾਸੇ ਵੀ ਹੋਈ ਹੈ। ਠੀਕ ਹੈ। ਹੁਣ ਇਹ ਵੀ ਇਹੀ ਗੱਲ ਜੇ ਆਪਾਂ ਇਧਰਲੇ ਪਾਸੇ ਦੇਖੀਏ ਤਾਂ ਉਹ ਅਹਿਲਕਾਰਾਂ ਨੇ ਵੀ ਲਓ ਜੀ ਆਪਾਂ ਕਰ ਲਓ ਕਰਾ ਲਓ, ਤੇ ਉਹਨਾਂ ਨੇ ਬਣਾ ਕੇ ਵੀ ਇਹਨੂੰ ਤਾਂ ਜੀ ਬੀਬੀ ਨੂੰ ਕੱਢਤਾ ਸਾਰੇ ਕਹੇ। ਸੁਪਰੀਮ ਕੋਰਟ ਤੱਕ ਉਹ ਬੀਬੀ ਜਿੱਤ ਗਈ ਜੀ, ਹਰ ਥਾਂ ਕਿਤੋਂ ਨਹੀਂ ਉਹ ਹਾਰੀ ਜੀ। ਉਹ ਸਿਵਲ ਕੋਰਟ 'ਚੋਂ ਥੱਲੇ ਵੀ ਜਿੱਤੀ, ਉਹ ਸੈਸ਼ਨ ਕੋਰਟ 'ਚੋਂ ਵੀ ਜਿੱਤੀ, ਹਾਈ ਕੋਰਟ 'ਚੋਂ ਵੀ ਜਿੱਤੀ, ਸੁਪਰੀਮ ਕੋਰਟ 'ਚੋਂ ਵੀ ਜਿੱਤੀ। ਜਿੱਤਣ ਤੋਂ ਬਾਅਦ ਇਸ ਵੇਲੇ ਦਾਨੇਵਾਲੀਆ ਸਾਹਿਬ ਜਿਹੜੀ ਉਹਨਾਂ ਦੀ ਜ਼ਮੀਨ ਹੈ ਜੀ, ਉਹ ਜ਼ਮੀਨ ਜਿਹੜੀ ਹੈ ਤਕਸੀਮ ਦੇ ਅਮਲ 'ਚ ਹੈ। ਅੱਛਾ ਜੀ। ਕਿ ਇਹਦੀ ਤਕਸੀਮ ਕਿਵੇਂ ਕੀਤੀ ਜਾਵੇ ਉਹ ਸਾਰੇ ਪਰਿਵਾਰ ਨੂੰ ਕਰਤਾ, ਤੇ ਜਿਹੜਾ ਖੇਵਾ ਜੀ ਟਰੱਸਟ ਸੀ ਉਹਨੂੰ ਭੰਗ ਕਰਤਾ। ਉਹਨਾਂ ਨੇ ਕਹਿੰਦੇ ਇਹਦਾ ਕੋਈ ਤਲਕ ਨਹੀਂ ਜੀ। ਤੇ ਹੁਣ ਖਬਰ ਆ ਗਈ ਜੀ, ਕਹਿੰਦੇ ਪੰਜਾਬ ਸਰਕਾਰ ਤਿਆਰ ਹੋ ਗਈ ਹੈ, ਕਹਿੰਦੇ ਆਪਾਂ ਇਹਨੂੰ ਲੈ ਨਾ ਲਈਏ, ਕਬਜ਼ੇ 'ਚ ਨਾ ਕਰ ਲਈਏ। ਖਬਰ ਬੜੇ ਮਤਲਬ ਜਿਹੜੇ ਹੈਗਾ ਮੁੰਡਾ ਜਸ ਹੈਗਾ ਜਸਵੰਤ ਜਸ ਵਕੀਲ ਵੀ ਹੈ, ਬਹੁਤ ਸਿਆਣਾ ਬੰਦਾ ਹੈ। ਉਹਨੇ ਜਿਹੜੀ ਖਬਰ ਲਿਖੀ ਹੈ ਪੰਜਾਬੀ ਟ੍ਰਿਬਿਊਨ 'ਚ, ਮੈਂ ਉਹ ਖਬਰ ਬੜੀ ਗੌਰ ਨਾਲ ਪੜ੍ਹੀ ਹੈ। ਉਹਨੇ ਇੱਕ ਹਵਾਲਾ ਦਿੱਤਾ ਹੈ ਕਿ ਫਰੀਦਕੋਟ ਤੇ ਕੋਟਕਪੂਰਾ ਵਾਲੀ ਜਿਹੜੀ ਸੜਕ ਹੈ, ਇੱਥੇ ਇੱਕ ਹੈਗਾ ਜੀ ਆਪਣਾ ਜਗ੍ਹਾ ਹੈ, ਤੇ ਉਹ ਜਗ੍ਹਾ ਜਿਹੜੀ ਹੈ ਉਹ ਇਹਨਾਂ ਨੇ ਆਪਣੇ ਨਾਂ ਕਰਵਾ ਲਈ ਹੈ। ਪੰਜਾਬ ਸਰਕਾਰ ਨੇ ਇੰਤਕਾਲ ਉਹਦਾ ਨਾਂ ਤਬਦੀਲ ਹੋ ਚੁੱਕਾ ਹੈ। ਅੱਛਾ ਜੀ।
50 ਜਿਹੜੀ ਹੈਗੀ ਹੈ ਏਕੜ ਜ਼ਮੀਨ ਹੈ। ਹੂੰ ਉਹ ਮੇਰਾ ਖਿਆਲ ਆ ਵੀ ਕਈ ਵਾਰੀ ਬੰਦਾ ਨਾ ਜਿਵੇਂ ਆਪਾਂ ਦੇਖਦੇ ਹੁੰਦੇ ਤਾਪ ਦੇਖਦੇ ਹੁੰਦੇ ਬੰਦੇ ਨੂੰ ਬੁਖਾਰ ਹੈ ਕਿ ਥਰਮਾਮੀਟਰ ਲਾ ਕੇ ਦੇਖਦੇ ਆ। ਮੇਰਾ ਖਿਆਲ ਉਹਨਾਂ ਨੇ ਉਹ ਥਰਮਾਮੀਟਰ ਲਾ ਕੇ ਦੇਖਿਆ। ਹੂੰ ਹੁਣ ਕਹਿੰਦੇ ਜੀ ਟੋਟਲ 20,000 ਏਕੜ ਜ਼ਮੀਨ ਹੈ। ਅੱਛਾ ਜੀ। 20,000 ਕਿਹਨੂੰ ਏਕੜ ਕਹਿੰਦੇ ਆ? 5 ਪਿੰਡ ਹੋ ਗਏ ਤਗੜੇ। ਹਾਂ 20,000 ਏਕੜ ਹੈ ਤੇ ਉਹ 20,000 ਏਕੜ ਜ਼ਮੀਨ ਜਿਹੜੀ ਹੈਗੀ ਹੈ ਵੱਖ-ਵੱਖ ਪਿੰਡਾਂ 'ਚ ਪਈ ਹੈ। ਜਿਵੇਂ ਘੁਗਿਆਣਾ ਪਿੰਡ ਆ 7,000 ਏਕੜ ਤਾਂ ਉੱਥੇ ਹੀ ਹੈ। ਇਸੇ ਤਰ੍ਹਾਂ ਚਹਿਲ ਪਿੰਡ ਹੈ 4,000 ਏਕੜ ਉੱਥੇ ਬੀੜ ਹੈ। ਸਿੱਖਾਂ ਵਾਲਾ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਲੇ ਮੈਨੂੰ ਲੱਗਦਾ। ਹਾਂਜੀ ਇਸ ਹਿਸਾਬ ਨਾਲ ਇਹ ਕਹਿੰਦੇ ਜੀ ਹੁਣ ਸਾਰੀ ਜ਼ਮੀਨ ਲੈਣ ਦੀ ਸਰਕਾਰ ਦੀ ਇੱਕ ਚਾਲ ਹੈ। ਤੇ ਕਾਹਦੇ ਤਹਿਤ 1972 ਦੇ ਵਿੱਚ ਜੋ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਹੁੰਦੇ ਸੀ ਜੀ, ਉਦੋਂ ਉਹਨਾਂ ਨੇ ਇੱਕ ਸੀਲਿੰਗ ਕਾਨੂੰਨ ਬਣਾਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਆਬ ਪਾਸ਼ੀ ਵਾਲੀ ਹੈ ਜਿੱਥੇ ਪਾਣੀ ਲੱਗਦਾ ਉਹ 17.5 ਏਕੜ ਤੋਂ ਵੱਧ ਜ਼ਮੀਨ ਕੋਈ ਬੰਦਾ ਰੱਖ ਨਹੀਂ ਸਕਦਾ। ਜਿਹੜੀ ਵਾਧੂ ਜ਼ਮੀਨ ਹੈਗੀ ਉਹ ਸਰਕਾਰ ਜਿਹੜੀ ਹੈਗੀ ਆ ਆਪਦੇ ਕਬਜ਼ੇ 'ਚ ਲੈ ਲੂਗੀ ਤੇ ਗਾਂ ਲੋਕਾਂ ਨੂੰ ਬੇਜ਼ਮੀਨਾਂ ਨੂੰ ਤਕਸੀਮ ਕਰ ਦੂਗੀ, ਵੰਡ ਦੂਗੀ। ਪਰ ਜਿਹੜੀ ਬਰਾਨੀ ਜ਼ਮੀਨ ਹੈ ਉਹ ਕਹਿੰਦੇ 60 ਏਕੜਾਂ ਤੋਂ ਵੱਧ ਨਹੀਂ ਹੋ ਸਕਦੀ। ਪਰ ਮੈਨੂੰ ਇਹ ਦੱਸੋ ਪੰਜਾਬ 'ਚ ਜਦੋਂ ਆਪਾਂ ਵਿਚਰਦੇ ਆਪਾਂ ਦੇਖਦੇ ਹਾਂ ਵੱਡੇ ਵੱਡੇ ਸਰਦਾਰਾਂ ਦੇ, ਚਾਹੇ ਅਮਰਿੰਦਰ ਸਿੰਘ ਹੈ, ਸਰਾਏ ਨਾਗਾ ਵਾਲੇ ਹੈ, ਬਾਦਲ ਵਾਲੇ ਹੈ, ਕਿਸੇ ਵੀ ਕਰਕੇ ਦੇਖੇ ਕਿਤੇ 17.5 ਏਕੜ ਦੇਖਿਆ ਜੀ ਕਿਸੇ ਦੀ ਨਾ। ਉਹ 17.5 ਏਕੜ ਤੋਂ ਲੈ ਕੇ ਉਹਨਾਂ ਨੇ ਹੁਣ ਤੱਕ ਜਿਹੜੀ ਇੰਨੀ ਜ਼ਮੀਨ ਰੱਖੀ ਹੋਈ ਹੈ ਕਿਵੇਂ ਰੱਖੀ ਹੋਈ ਹੈ। ਅਗਲੀ ਗੱਲ ਜੀ, ਰਾਜਿਆਂ ਮਹਾਰਾਜਿਆਂ ਨੂੰ ਇੱਕ ਪ੍ਰੀਵੀ ਪਰਸ ਦਿੱਤੇ ਹੋਏ ਸੀ। ਜਦੋਂ ਅੰਗਰੇਜ਼ ਇੱਥੋਂ ਗਏ ਸੀ ਤੇ ਇਹ ਰਿਆਸਤਾਂ ਦੇਸੀ ਰਿਆਸਤਾਂ ਨਾਲ ਮਿਲਾਈਆਂ ਸੀ, ਭਾਰਤੀ ਗਣਰਾਜ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜੀ ਉਦੋਂ ਇਹਨਾਂ ਨੂੰ ਦਿੱਤੇ ਸੀ ਤੁਹਾਨੂੰ ਮੋਟੀਆਂ ਪੈਨਸ਼ਨਾਂ, ਜ਼ਮੀਨਾਂ ਜਾਇਦਾਦਾਂ ਤੁਹਾਡੀਆਂ, ਤੇ ਨਾਲ ਹੀ ਦਿੱਤਾ ਸੀ ਕਿ ਤੁਹਾਡੇ ਕੋਲ ਤੁਸੀਂ ਜਿੰਨੇ ਮਰਜ਼ੀ ਹਥਿਆਰ ਰੱਖ ਲਓ। ਇਹ ਸਾਰਾ ਕੁਝ ਕਰ ਲਿਆ। ਲੇਕਿਨ 1969 ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ ਇਹ ਕੰਮ ਖਤਮ ਕਰਤਾ ਸੀ। ਇੰਦਰਾ ਗਾਂਧੀ ਨੇ 2 ਕੰਮ ਕੀਤੇ ਜਿਹੜੇ ਇਤਿਹਾਸ 'ਚ ਉਹਨਾਂ ਨੂੰ ਯਾਦ ਕਰਨ ਵਾਲੇ ਹੈ। ਇੱਕ ਤਾਂ 14 ਵੱਡੇ ਬੈਂਕ ਉਹਨੇ ਜਿਹੜੇ ਸੀਗੇ ਤੁਹਾਡੇ ਪ੍ਰਾਈਵੇਟ ਬੈਂਕਾਂ ਦਾ ਕੌਮੀਕਰਨ ਕੀਤਾ ਸੀ, ਜਿਨ੍ਹਾਂ ਦਾ ਹੁਣ ਆਪਾਂ ਨਿੱਜੀਕਰਨ ਕਰਨ ਵਾਲੇ ਬੀਜੇਪੀ ਵਾਲੇ, ਤੇ ਦੂਜਾ ਉਹਨੇ ਇਹ ਪ੍ਰੀਵੀ ਪਰਸ ਖਤਮ ਕੀਤੇ ਸੀ। ਪਰ ਇਹਦੇ ਬਾਵਜੂਦ ਵੀ ਇੱਕ ਆਮ ਚਰਚਾ ਹੈ, ਆਪਾਂ ਨੂੰ ਪਤਾ ਨਹੀਂ ਪਤਾ ਵੀ ਕਾਨੂੰਨੀ ਤੌਰ ਤੇ ਕੀ ਹੈ। ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਹੋਊਗੀ। ਕਹਿੰਦੇ ਵੀ ਹਰਿਦੁਆਰ ਤੱਕ ਵੀ, ਦਿੱਲੀ 30,000 ਕਰੋੜ ਤੱਕ ਵੀ ਜਿਹੜੇ ਇਹ ਕੇਸ ਵੀ ਅਦਾਲਤਾਂ 'ਚ ਜਿੱਤੇ ਹੋਏ। ਤੇ ਜੇ ਇਹਨਾਂ ਜਾਇਦਾਦਾਂ ਨੂੰ ਪੰਜਾਬ ਸਰਕਾਰ ਆਪਦੇ ਕਬਜ਼ੇ 'ਚ ਨਹੀਂ ਲੈ ਸਕੀ ਤੇ ਫਿਰ ਫਰੀਦਕੋਟ ਵਾਲਾ ਰਾਜ ਘਰਾਣਾ ਜਿਹੜਾ ਹੈਗਾ, ਚਲੋ ਠੀਕ ਹੈ, ਚਲੋ ਉਹ ਬੀਬੀ ਜਿਹੜੀ ਹੈ ਰਾਜਾ ਹਰਿੰਦਰ ਸਿੰਘ ਦੀ ਉਹ ਬਜ਼ੁਰਗ ਹੋ ਗਈ, ਬਹੁਤ ਜ਼ਿਆਦਾ ਬਜ਼ੁਰਗ ਹੈ, ਪਰ ਉਹਨਾਂ ਦੇ ਔਲਾਦ ਤਾਂ ਹੈਗੀ ਅੱਗੇ। ਬਿਲਕੁਲ। ਤੇ ਜਿਨ੍ਹਾਂ ਦੀ ਮਾਂ ਨੇ ਜਾਂ ਜਿਨ੍ਹਾਂ ਦੀ ਦਾਦੀ ਨੇ ਐਡੀ ਵੱਡੀ ਲੜਾਈ ਲੜੀ ਹੈ, ਉਹ ਰੁਕਣਗੇ ਕਿਵੇਂ? ਪਰ ਮੇਰੇ ਖਿਆਲ ਵੀ ਤੁਹਾਡੇ ਵਾਲੀ ਗੱਲ ਵੀ ਉੱਥੇ ਹੁਣ ਜਿਵੇਂ ਭਾਂਡੇ ਭੁੰਡੇ ਵੇਚਣ ਵਾਲੀ ਗੱਲ ਹੈ, ਹਰ ਲੋਕ ਜਿੱਥੋਂ ਕਿਤੋਂ ਕੁਛ ਆਉਂਦਾ ਵੀ ਲੈ ਆਓ ਕਰ, ਚਲੋ ਚਾਹ ਹੈਗੀ ਆ ਚੰਗੀ ਮੋਟੀ ਜਾਇਦਾਦ ਆ ਤੇ ਇਹਨੂੰ ਆਪਾਂ ਆਸਾ ਪਾਸਾ ਕਰਕੇ ਕੁਛ ਨਾ ਕੁਛ ਕਰ ਲਾਂਗੇ, 4 ਦਿਨ ਸੌਖੇ ਕੱਢ ਲਾਂਗੇ। ਮਤਲਬ ਮੇਰੇ ਖਿਆਲ ਯਤਨ ਇਹੋ ਜਿਹੀ ਹੈ। ਪਰ ਕਾਨੂੰਨੀ ਤੌਰ ਤੇ ਛੇਤੀ ਕੀਤੇ ਸਰਕਾਰਾਂ ਦੀਆਂ ਮਿਆਦਾਂ ਖਤਮ ਹੋ ਜਾਂਦੀਆਂ ਹੁੰਦੀਆਂ, ਅਦਾਲਤਾਂ 'ਚ ਇੱਕ ਵਾਰੀ ਸਟੇ ਹੋਇਆ ਕੇਸ ਬਹੁਤ ਲੰਮਕ ਜਾਂਦੇ ਜੀ। ਢਿੱਲੋਂ ਸਾਹਿਬ, ਇੱਕ ਮੈਂ ਨਾ ਪਾਕਿਸਤਾਨ ਦੀਆਂ ਕੁਝ ਤਸਵੀਰਾਂ ਦੇਖ ਰਿਹਾ ਸੀਗਾ ਤੇ ਹੋਰ ਉੱਥੇ ਨਾ ਆਪਣੇ ਸਭ ਤੋਂ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸਭ ਤੋਂ ਤਕੜਾ ਮਹਿਕਮਾ ਮੰਨਿਆ ਗਿਆ ਇਰੀਗੇਸ਼ਨ ਜੀ। ਤੇ ਇਹਨਾਂ ਦੀਆਂ ਨਹਿਰੀ ਕੋਠੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਰੈਸਟ ਹਾਊਸ ਕਹਿੰਦੇ ਸੀ। ਬਿਲਕੁਲ ਨਹਿਰੀ ਕੋਠੀਆਂ ਹੁਣ ਯਾਦ ਆ ਗਿਆ ਤੁਹਾਨੂੰ? ਹੁਣ ਕੋਠੀਆਂ ਦੇ ਵਿੱਚ ਅਦਾਲਤਾਂ ਵੀ ਲੱਗਦੀਆਂ ਸੀ, ਫੈਸਲੇ ਵੀ ਹੁੰਦੇ ਸੀ, ਤੇ ਦੂਰ ਦਰਾਡੇ ਜਿਵੇਂ ਸਾਡੇ ਦਾਨੇ ਵਾਲੇ ਕੋਠੀ ਸੀ ਇੱਕ, ਉੱਥੇ ਜਾ ਕੇ ਫਿਰ ਅੰਗਰੇਜ਼ ਅਫਸਰ ਆਉਂਦੇ, ਦੁੱਖ ਤਕਲੀਫਾਂ ਸੁਣਦੇ, ਠੰਡੇ ਬਹੁਤ ਹੁੰਦੇ ਸੀ, ਉਹ ਠੰਡੇ ਬੜੇ ਬੜੀਆਂ ਸੋਹਣੀਆਂ। ਤੇ ਉਹ ਜਿਹੜੀਆਂ ਕੋਠੀਆਂ ਨੂੰ ਨਾ ਰੇਉੜੀਆਂ ਵੱਟਤੀਆਂ ਸੀ ਅਕਾਲੀ ਦਲ ਸਰਕਾਰ ਵੇਲੇ, ਤੇ ਕਈਆਂ ਦੇ ਤਾਂ ਪੈਸੇ ਪੂਰੇ ਆਏ ਹੀ ਨਹੀਂ। ਲੋਕ ਤੁਹਾਡੇ ਵਾਲੀ ਗੱਲ ਅਦਾਲਤੀ ਚੜ੍ਹ ਗਏ ਵੀ ਇਹਨੂੰ ਐਂ ਕਰੋ, ਤੁਸੀਂ ਸਾਡੇ ਨਾਲ ਤੇ ਐਂ ਕੀਤਾ ਸੀਗਾ ਵੀ ਆਹ ਟਰਮਸ ਐਂਡ ਕੰਡੀਸ਼ਨਸ, ਨਾਲੇ ਉਹ ਕਬਜ਼ੇ ਲੈ ਗਏ। ਤੇ ਕਈ ਤੁਸੀਂ ਆ ਚਲੇ ਜਾਓ ਇੱਧਰ ਆਪਣੇ ਰਾਮਪੁਰੇ ਹਲਕੇ ਤੇ ਆਹ ਉਤਲੇ ਪਾਸੇ ਮਹਿਣਿਆ ਮੂਣਿਆ ਕਰਨੀ ਤੇ ਆਹ ਤੁਹਾਡੀ ਇਹ ਕੋਠੀਆਂ ਦਾ ਨਾਸ ਵੀ ਵੱਜਿਆ ਪਿਆ ਜੀ। ਹੁਣ ਜਮਾਂ ਹੀ ਉਹਨਾਂ ਦੇ ਤਾਂ ਕੋਈ ਬਾਲੇ ਸਾਰਾ ਕੋਈ ਲਾਹ ਲੂ ਕੇ ਲੈ ਗਏ, ਬੇਆਬਾਦ ਪਈਆਂ ਨੇ। ਇਵੇਂ ਫਿਰ ਦੂਜੀਆਂ ਕੋਠੀਆਂ ਸੀਗੀਆਂ ਤੁਹਾਡੀਆਂ PWD ਦੀਆਂ, ਉਹ ਤਾਂ ਚਲੋ ਤਕੜੇ ਥਾਵਾਂ ਤੇ ਰੈਸਟ ਹਾਊਸ ਸੀਗੇ। ਹੁਣ ਕਹਿੰਦੇ ਵੀ ਸਰਕਾਰ ਇਹਨਾਂ ਤੇ ਪੈਸੇ ਲਾਉਣ ਨੂੰ ਫਿਰਦੀ ਹੈ ਵੀ ਇਹਨਾਂ ਨੂੰ ਤਿਆਰ ਕਰੀਏ। ਤੇ ਸਰਕਟ ਹਾਊਸ ਵੀ ਜਿਹੜੇ ਹੈਗੇ ਤੁਹਾਨੂੰ ਪਤਾ, ਲੀਡਰ ਤਾਂ ਸਾਡੇ ਉੱਥੇ ਰਹਿੰਦੇ ਨਹੀਂ, ਕਹਿੰਦੇ ਵੀ ਇੱਥੇ ਤਾਂ ਪਿੱਸੂ ਖਾ ਜਾਂਦੇ ਸਾਡੇ ਪਿੰਡੇ ਪੱਟ ਕੇ, 5 ਸਟਾਰ ਹੋਟਲਾਂ 'ਚ ਰਹਿਣ ਲੱਗ ਪਏ, ਨਹੀਂ ਤਾਂ ਆਮ ਤੌਰ ਦੇ ਉੱਤੇ ਸਾਰੇ ਮੰਤਰੀ ਸਰਕਟ ਹਾਊਸਾਂ 'ਚ ਰਹਿੰਦੇ ਸੀ। ਅਸਲ ਦਾਨੇਲੀਆ ਸਾਹਿਬ ਤੁਸੀਂ ਜਿਹੜੀ ਇਹਦਾ ਮਗਰੋਂ ਗੱਲ ਕੀਤੀ ਹੈ, ਜਾੜੇ ਹੈ ਬੇੜਾ ਗਰਕ ਹੀ ਲੀਡਰਾਂ ਨੇ ਕੀਤਾ ਜੀ। ਜੇ ਲੀਡਰ ਸਰਕਟ ਹਾਊਸਾਂ 'ਚ ਜਾਂਦੇ ਹੁੰਦੇ ਤੇ ਫਿਰ ਉੱਥੇ ਪਿੱਸੂ ਕਿਵੇਂ ਪੈਦਾ ਹੋਵੇ? ਬਿਲਕੁਲ ਸਿਆਣੀ ਗੱਲ ਆ। ਲੀਡਰ ਜਦੋਂ 5 ਸਟਾਰ ਹੋਟਲਾਂ ਵਾਲੇ ਪਾਸੇ ਨੂੰ ਚੱਲ ਪਏ, ਜਿਹੜਾ ਜਿਹਨੂੰ ਕਹਿੰਦੇ VVI ਕਲਚਰ, ਉਸ ਪਾਸੇ ਚੱਲ ਪਏ, ਤਾਂ ਫਿਰ ਇਹ ਕੁਛ ਹੋਣਾ ਹੀ ਸੀ ਜੀ। ਇਹ ਤਾਂ ਚਲੋ ਮੈਂ ਇੱਕ ਸਮਝਦਾ ਵੀ ਪੰਜਾਬ ਦੀ ਖੁਸ਼ਕਿਸਮਤੀ ਹੈ। ਭਗਵੰਤ ਸਿੰਘ ਮਾਨ ਕਹਿੰਦੇ ਇੱਕ ਦਿਨ ਪਿੰਡੋਂ ਵਾਪਸ ਜਾ ਰਹੇ ਸੀ ਆਪਦੇ ਇਲਾਕੇ 'ਚੋਂ ਜੀ, ਤੇ ਪਟਿਆਲੇ ਜਾ ਕੇ ਉਹ ਸਰਕਟ ਹਾਊਸ 'ਚ ਵੜ ਗਏ। ਅੱਛਾ ਜੀ।
ਤੇ ਸਰਕਟ ਹਾਊਸ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਤੇ ਉੱਥੇ ਗੱਦਾ ਉਹੋ ਜਿਹਾ ਹੀ ਸੀ ਜਿਹੇ ਜਿਹਾ ਫਰੀਦਕੋਟ ਵਾਲਾ ਫਰੀਦਕੋਟ ਵਾਲਾ ਮੈਡੀਕਲ ਸੀ। ਕਾਲਜ ਵਾਲਾ। ਹੂੰ। ਉਹ ਖਫਾ ਬਹੁਤ ਹੋਈ। ਹੂੰ। ਉਹ ਕਹਿੰਦੇ ਯਾਰ ਆਹ ਕੀ ਹੋਇਆ ਪਿਆ। ਹੂੰ। ਤੇ ਫਿਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਤਾਂ ਹੋਣਾ ਹੀ ਸੀ। ਹਾਂ। ਮੁੱਖ ਮੰਤਰੀ ਤਾਂ ਮੈਂ ਆਇਆ ਇੱਥੇ ਲੰਬੇ ਸਮੇਂ ਬਾਅਦ। ਇੱਥੇ ਮੁੱਖ ਮੰਤਰੀ ਤਾਂ ਕੋਈ ਆਉਂਦਾ ਬੜੇ ਹੀ ਆਇਆ ਨਹੀਂ ਕਿ ਮਹਾਰਾਜ ਸਾਹਿਬ ਤਾਂ ਪਟਿਆਲਾ ਸਾਹਿਬ ਤਾਂ ਉੱਥੋਂ ਨਹੀਂ ਸੀ, ਪਟਿਆਲੇ ਦੇ ਸੀ। ਤੇ ਸੁਖਬੀਰ ਸਿੰਘ ਬਾਦਲ ਹੋਰੀ ਮੇਰਾ ਖਿਆਲ ਪਟਿਆਲੇ ਰੁਕੇ ਕਦੇ ਨਹੀਂ ਗਏ। ਹੋਟਲ ਚ ਤਾਂ ਹੋਟਲ ਚ ਉਹ ਤਾਂ ਠੀਕ, ਹਾਂਜੀ ਹਾਂਜੀ। ਨਾਲੇ ਉਹਦਾ ਹੈਲੀਕਾਪਟਰ ਸੀ, ਰਾਤ ਤਾਂ ਬਾਹਰ ਹੀ ਕੱਟ ਹੀ ਔਰ ਨਾ ਚੰਨੀ ਹੋਰਾਂ ਦਾ ਤਾਂ ਫਿਰ ਤੁਹਾਨੂੰ ਪਤਾ ਨਾ ਵੀ ਚਮਕੌਰ ਸਾਹਿਬ ਤੋਂ ਉੱਤੇ ਮੌਲੀ ਤੱਕ ਵੀ ਹੈਲੀਕਾਪਟਰ ਹੈਲੀਕਾਪਟਰ ਹੁੰਦਾ ਹੁੰਦਾ ਸੀ। ਸੀ। ਠੀਕ ਹੈ। ਉਹ ਇਸ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਨਹੀਂ ਯਾਰ ਇਹਨਾਂ ਦੀ ਰੈਸਟ ਹਾਊਸਾਂ ਦੀ ਹਾਲਤ ਸੁਧਰਨੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਹੁਣ ਮੰਤਰੀਆਂ ਵਾਸਤੇ ਜ਼ਰੂਰੀ ਕਰ ਦਿਓ ਕਿ ਮੰਤਰੀ ਰੈਸਟ ਹਾਊਸਾਂ 'ਚ ਠਹਿਰਨ। ਜੀ। ਤੇ ਫਿਰ ਕਹਿੰਦੇ ਰੈਸਟ ਹਾਊਸਾਂ ਦੀ ਹਾਲਤ ਵੀ ਸੁਧਾਰਨੀ ਪੈਣੀ ਹੈ, ਪਿੱਸੂ ਖਤਮ ਕਰਨੇ ਪੈਣਗੇ। ਨਾਲ ਦਾ ਵਾਲੀ ਸਭ ਇੱਕ ਗੱਲ ਇਹਦੇ 'ਚ ਬੜੀ ਵਧੀਆ ਆਈ। ਵੈਸੇ ਆਪਾਂ ਵੀ ਜਿਹੜੇ ਐਕਰੀਡੇਟਡ ਪੱਤਰਕਾਰ ਆ, ਆਪਾਂ ਇੰਟਾਈਟਲ ਹੈ ਜੀ। ਵੀ ਸਾਨੂੰ ਸਰਕਟ ਹਾਊਸ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਕਿਤੇ ਜਗ੍ਹਾ ਮਿਲ ਜੇ, ਵਗਾਹੇ ਬਗਾਹੇ ਜਾਣੇ ਤੇ ਆਪਾਂ ਨੂੰ ਮਿਲਦੀ ਹੁੰਦੀ ਸੀ। ਪਰ ਉਹ ਹੁਣ ਇਹਨਾਂ ਨੇ ਕਹਿੰਦੇ ਹੁਣ ਆਮ ਲੋਕਾਂ ਵਾਸਤੇ ਵੀ ਅਸੀਂ ਖੋਲਾਂਗੇ। ਅੱਛਾ ਜੀ। ਜੇ ਹੁਣ ਤੁਸੀਂ ਬਠਿੰਡੇ ਦਾ ਸਰਕਟ ਹਾਊਸ ਜੇ ਖਲਾਉਣਾ ਹੋਵੇ ਤਾਂ ਇਸ ਸਰਕਟ ਹਾਊਸ ਵਾਸਤੇ ਡਿਪਟੀ ਕਮਿਸ਼ਨਰ ਵਾਸਤੇ ਵੀ ਪ੍ਰੋਬਲਮ ਆ ਜਾਂਦੀ ਹੈ। ਉਹ ਕਹਿੰਦੇ ਜੀ ਆਨਲਾਈਨ ਉੱਥੋਂ ਬੁਕਿੰਗ ਕਰਾਓ। ਉਹ ਆਨਲਾਈਨ ਵਾਲੇ ਕਹਿੰਦੇ ਲਿਖਦੇ ਆ ਵੀ ਤੁਹਾਡੀ ਸਾਡੇ ਕੋਲੇ ਐਪਲੀਕੇਸ਼ਨ ਆ ਗਈ ਸੀ ਤੇ ਬਾਅਦ ਚ ਕੈਂਸਲ ਅਸੀਂ ਤੁਹਾਨੂੰ ਦੱਸਾਂਗੇ। ਹਾਂ, ਇੱਕ ਦਿਨ ਪਹਿਲਾਂ ਦੱਸਾਂਗੇ। ਅੱਜ ਆਪਾਂ ਕੀਤੀ ਹੈ, ਆਪਾਂ ਨੂੰ ਅੱਜ ਚਾਹੀਦਾ ਹੈ ਕਿ ਮੈਂ ਚੰਡੀਗੜ੍ਹ ਪਹੁੰਚ ਕੇ ਮੈਨੂੰ ਕਹਿੰਦੇ ਤੁਹਾਨੂੰ ਦੱਸਾਂਗੇ। ਆਪਾਂ ਉਡੀਕੀ ਜਾਂਦੇ ਵੀ ਕਦੋਂ ਆਉਣਗੇ। ਜੇ ਸ਼ਾਮ ਨੂੰ ਗੱਲ ਕਰਦੇ 5 ਵਜੇ ਦਾ 5 ਵਜੇ ਨਹੀਂ ਜੀ, 5 ਵਜੇ ਦੱਸ ਦਿੰਦਾ ਬੰਦਾ ਹੋਰ ਇੰਤਜ਼ਾਮ ਕਰ ਲੇ। 7-8 ਵਜੇ ਜਦੋਂ ਫੋਨ ਕਰੀਦਾ ਕਹਿੰਦੇ ਤੁਹਾਡਾ ਕੈਂਸਲ ਹੋ ਗਿਆ। ਇਹ ਹਾਲਤ ਬਣਦੀ ਹੈ। ਜੇ ਉਹਦੇ ਵਾਸਤੇ ਖੋਲ ਦੇਣ ਤਾਂ ਚੰਗੀ ਗੱਲ ਹੈ। ਹੁਣ ਜਦੋਂ ਆਪਾਂ ਰੈਸਟ ਹਾਊਸਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਇੱਕ ਨਹੀਂ ਇੱਦਾਂ ਨਹੀਂ ਸੈਂਕੜੇ ਰੈਸਟ ਹਾਊਸ ਹੈ ਜੀ। ਇੱਕ ਆਪਣੇ ਬਠਿੰਡੇ ਦੇ ਵਿੱਚ ਫੀਲਡ ਹੋਸਟਲ ਰੈਸਟ ਹਾਊਸ ਹੈ। ਹੈਗਾ ਜੀ, ਬੜਾ ਤਕੜਾ। ਬੜਾ ਤਕੜਾ ਹੈ, ਬਹੁ ਮੰਜ਼ਲਾ ਹੈ। ਦਾਨੇਵਾਲੀ ਸਾਹਿਬ 97 ਪੰਜਾਬ ਬਿਜਲੀ ਬੋਰਡ ਦਾ 97-98 ਚ ਬਣਿਆ ਸੀ। ਤੇ ਇਹਦੇ ਸਾਂਭ ਸੰਭਾਲ ਦੇ ਉੱਤੇ 2 ਕਰੋੜ ਰੁਪਈਆ ਹੁਣ ਤੱਕ ਹੋ ਚੁੱਕਿਆ ਹੈ ਜੀ। ਇਵੇਂ ਜਿਵੇਂ ਤੇ ਜਿਹੜਾ ਇੱਕ ਲੇਕ ਵੀ ਝੀਲਾਂ ਵਾਲਾ ਉਹਦਾ ਸੈਮਨ ਸਟਾਰ ਬਣਾਤਾ ਆਪਦੇ ਲਈ ਰਹਿਣ ਨੂੰ। ਕਹਿੰਦੇ ਹੋਰ ਤਾਂ ਬੰਦਾ ਹੀ ਨਹੀਂ ਰਹਿ ਸਕਦਾ ਸੀ ਉਹਦੇ ਚ ਬਸ ਇਕੱਲੇ ਬਾਦਲ ਪਰਿਵਾਰ ਹੀ ਜਾਂਦਾ ਸੀ। ਪਰਿਵਾਰ ਤੋਂ ਬਿਨਾ ਹੋਰ ਕੋਈ ਰਹਿ ਨਹੀਂ ਸੀ ਸਕਦਾ। ਜਾਂ ਇੱਕ ਦਿਨ ਕੈਪਟਨ ਅਮਰਿੰਦਰ ਸਿੰਘ ਆ ਗਿਆ ਸੀ ਜਦੋਂ ਆ ਡੇਰਾ ਪ੍ਰੇਮੀ ਵਾਲਾ ਰੌਲਾ ਪਿਆ ਸੀ ਪੰਚਕੂਲੇ। ਉਹ ਪੁਲਿਸ ਵਾਲਿਆਂ ਨੂੰ ਜਿਹੜੀ ਸ਼ਾਬਾਸ਼ੀ ਕਰ ਰਹੀ ਸੀ ਉਹਦੇ ਘੰਟਾ ਰੁਕੇ ਸੀ। ਆਪਾਂ ਉਹਦੇ ਦੇਖੇ। ਇਹ ਤਾਂ ਜਦੋਂ ਪਹਿਲਾਂ ਪੁਰਾਣੇ ਬਾਦਲ ਮਤਲਬ ਉਹ ਸਰਕਾਰ ਵਾਲੇ ਰਹਿੰਦੇ ਜਾਂ ਫਿਰ ਮਗਰਲੀ ਸਰਕਾਰ ਵਾਲੇ ਰਹਿੰਦੇ, ਵਿੱਤ ਮੰਤਰੀ ਸਾਹਿਬ ਦਾ ਪਰਿਵਾਰ ਰਹਿੰਦਾ ਸੀ। ਇੱਥੇ ਕੁਛ ਨਹੀਂ। ਤੇ ਉਹਦੀ ਰੈਨੋਵੇਸ਼ਨ ਤੇ ਕਿੰਨੇ ਲੱਗੇ ਸੀ ਜੀ? 7 ਕਰੋੜ। ਦੇਖ ਲਓ, ਕਮਰੇ 4 ਕਮਰੇ 7 ਕਰੋੜ ਲੱਗਿਆ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਉਹ ਨਹੀਂ ਜ਼ਿਆਦਾ ਹੀ ਲੱਗਿਆ ਢਿੱਲੋਂ ਸਾਹਿਬ। 7 ਕਰੋੜ ਤਾਂ ਰੈਨੋਵੇਸ਼ਨ ਤੇ ਲੱਗਾ, ਉਹ ਤਾਂ ਜ਼ਿਆਦਾ ਲੱਗਿਆ ਹੋਊ। ਹਾਂ, ਉਹ ਕਿਹੜਾ ਸੀ ਨਹੀਂ ਝੀਲਾਂ ਤੇ ਕੋਠੀ ਪਵਾ ਦੇ ਵਿੱਚ ਇਹ ਜਿਹਾ ਗਾਣਾ। ਉਹੀ ਗੱਲ ਸੀ। ਉਹ ਝੀਲਾਂ ਵਾਲੀ ਕੋਠੀ ਜਿਹੜੀ ਹੈਗੀ ਉਹ ਕਨਸੈਪਟ ਉੱਥੋਂ ਹੀ ਲਿਆ ਹੋਇਆ। ਗਾਣਾ ਉੱਥੋਂ ਹੀ ਚੱਕਿਆ ਹੋਇਆ। ਉੱਥੋਂ ਹੀ ਹੈ। ਹੁਣ ਅਗਲੀ ਗੱਲ ਜੇ ਆਪਾਂ ਦੇਖੀਏ, ਜਿਹੜੀ ਤੁਸੀਂ ਸਰਕਟ ਹਾਊਸਾਂ ਵਾਲੀ ਗੱਲ, ਆਪਣੀ ਨਹਿਰੀ ਰੈਸਟ ਹਾਊਸਾਂ ਵਾਲੀ ਗੱਲ ਕੀਤੀ ਹੈ ਨਾ ਦਾਨੇਵਾਲੀਆ ਸਾਹਿਬ ਜੀ। ਇਹਨਾਂ ਨਹਿਰੀ ਰੈਸਟ ਹਾਊਸਾਂ ਨੂੰ ਜੇ ਅਸੀਂ ਕਿਤੇ ਕਿ ਸਾਡੇ ਲੀਡਰਾਂ ਨੇ ਥੋੜਾ ਜਿਹਾ ਧਿਆਨ ਦਿੱਤਾ ਹੁੰਦਾ ਤੇ ਪੰਜਾਬ ਦੇ ਟੂਰਿਜ਼ਮ ਨੇ ਬਹੁਤ ਡਿਵੈਲਪ ਹੋਣਾ। ਬਿਲਕੁਲ ਤੁਹਾਡੀ ਗੱਲ। ਇਹ ਸਾਰੀਆਂ ਜਿਹੜੀਆਂ ਕੋਠੀਆਂ ਇਹ ਕੋਠੀਆਂ ਕਿੱਥੇ ਹੈ ਜੀ? ਇਹ ਨਹਿਰਾਂ ਦੇ ਉੱਤੇ। ਨਹਿਰਾਂ ਦੇ ਉੱਤੇ ਬੱਤ ਕਿੰਨਾ ਠੰਡਾ, ਬਹੁਤ ਸੋਹਣਾ। ਆਪਣੇ ਨੇੜੇ ਤੇੜੇ ਦੋ ਹੈ। ਕਿਤੇ ਆਓ ਨਾ ਹਰੀਕੇ ਪੱਤਨ ਵਾਲੀ ਉਰਲੇ ਪਾਸੇ ਨਹਿਰੀ ਕਲੋਨੀ। ਹਾਂਜੀ, ਉਹ ਤਾਂ ਵੇਖਣ ਵਾਲੀ ਹੈ। ਮੈਂ ਕਹਿੰਦਾ ਤੁਸੀਂ ਬਾਕੀ ਗੱਲ ਛੱਡ ਦਿਓ। ਤਿਉਣੇ ਵਾਲੀ ਵੇਖ ਬੀਬੀ ਵਾਲਾ। ਹਾਂ, ਤੇ ਇੱਧਰ ਤਿਉਣਾ ਦੋ ਹੀ ਜਾਂਦੇ ਨੇ। ਤਿਉਣੇ ਵਾਲੇ ਰੈਸਟ ਹਾਊਸ ਦੇ ਵਿੱਚ ਤਾਂ ਮੈਂ ਜਾਂਦਾ ਰਿਹਾ। ਤੇ ਉੱਥੇ ਆਪਣੇ ਮਿੱਤਰ ਦਾ ਇੱਕ ਦਾ ਘਰ ਹੈਗਾ। ਉਹ ਕਈ ਵਾਰੀ ਮਤਲਬ ਦੇਖਦੇ ਹੁੰਦੇ ਯਾਰ ਕੀ, ਉਹ ਕਹਿੰਦਾ ਬਸ ਐਂ ਦੇਖ ਕੇ ਸਾਡੇ ਬਜ਼ੁਰਗ ਮੋਰ ਬੋਲਦੇ ਕਿੰਨਾ ਕੁਛ ਹੈ। ਉਹ ਸੀ। ਅੱਛਾ, ਹੁਣ ਜਿਹੜੇ ਰੈਸਟ ਹਾਊਸਾਂ ਦੀ ਆਪਾਂ ਗੱਲ ਕਰ ਲਈਏ, ਪੰਜਾਬ ਦੇ ਵਿੱਚ 7 ਤਾਂ ਜੀ ਸਰਕਟ ਹਾਊਸ ਹੈ ਜੀ। ਸੈਂਕੜੇ ਰੈਸਟ ਹਾਊਸ ਹੈ। ਤੇ ਨਹਿਰੀ ਰੈਸਟ ਹਾਊਸ ਹੈ ਜੀ, ਉਹਨਾਂ ਦੀ ਗਿਣਤੀ ਕਿੰਨੀ ਸੀ? 227। ਦੱਸੋ। ਔਰ ਇਹਨਾਂ ਦੇ ਵਿੱਚੋਂ 24 ਰੈਸਟ ਹਾਊਸ ਜਿਹੜੇ ਹੈਗੇ ਆ ਨਾ, ਉਹ ਜਿਹੜੀਆਂ ਨੈਸ਼ਨਲ ਹਾਈਵੇ ਤੇ। ਹਾਂਜੀ, ਠੀਕ ਹੈ। ਪਰ ਉਹ ਜਿਵੇਂ ਤੁਸੀਂ ਦੱਸਿਆ ਵੀ ਫਿਰ ਰਿਉੜੀਆਂ ਵੀ ਵੱਟਦੀਆਂ। ਰਿਉੜੀਆਂ ਵੱਟਣ ਦੇ ਬਾਵਜੂਦ ਅਜੇ ਤੱਕ ਮਤਲਬ ਇਹਨੂੰ ਲੱਗੇ ਪਏ ਸੀ ਭੋਰ ਕੇ ਖਾਣ ਵਾਸਤੇ, ਪਰ ਉਹ ਡਿੱਗੇ ਨਹੀਂ ਹਾਲੇ ਤੱਕ। ਜੇ ਉਹ ਡਿੱਗੇ ਨਹੀਂ ਤੇ ਚੰਗੀ ਗੱਲ ਹੈ। ਮੈਂ ਸਮਝਦਾ ਜਿੱਦੇ ਦਾ ਭਗਵੰਤ ਸਿੰਘ ਮਾਨ ਫੈਸਲੇ ਲੈਣ ਲੱਗਿਆ ਨੇ, ਆਹ ਫੈਸਲਾ ਹੈ, ਇਹ ਫੈਸਲਾ ਬਹੁਤ ਜ਼ਰੂਰੀ ਹੈ। ਇਹਦੇ ਨਾਲ ਪੰਜਾਬ ਦਾ ਟੂਰਿਜ਼ਮ ਡਿਵੈਲਪ ਹੋ ਸਕਦਾ ਹੈ ਜੀ। ਤੁਸੀਂ ਨਹਿਰੀ ਕੋਠੀਆਂ ਦੀ ਉੱਥੇ ਰੱਖ ਰਖਾ ਦੇ ਉੱਤੇ ਲਾਓ, ਸਾਰਾ ਸਿਲਸਿਲਾ ਕਰਾਓ। ਉੱਥੇ ਪਿਕਨਿਕ ਮਨਾਉਣ ਵਾਸਤੇ ਲੋਕ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੀ ਬਹੁਰਾਸ਼ਟਰੀ ਕੰਪਨੀਆਂ ਆ ਰਹੀਆਂ, ਕਾਰਪੋਰੇਟਰ ਜਿਹੜੇ ਹੈਗੇ ਆ ਰਹੇ ਆ, ਉਹਨਾਂ ਨੂੰ ਤਾਂ ਥਾਂ ਨਹੀਂ ਮਿਲਦੀ। ਵੱਡੇ ਜਿਹੜੇ ਹੈਗੇ ਆ ਲੋਕ ਆਉਂਦੇ ਆ, ਜਿਹੜੇ ਲੋਕ ਕਹਿੰਦੇ ਜੀ ਸਾਨੂੰ ਤਾਂ ਸੁੱਖ ਸਹੂਲਤਾਂ ਚਾਹੀਦੀਆਂ ਜੀ, ਸਾਨੂੰ ਤਾਂ ਵਾਤਾਵਰਨ ਸ਼ੁੱਧ ਚਾਹੀਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ। ਇਹ ਮੈਂ ਸਮਝਦਾ ਵੀ ਇੱਕ ਚੰਗਾ ਸ਼ੁਭ ਸ਼ਗਨ ਹੈਗਾ। ਚਲੋ, ਤੇ ਇਹਨੂੰ ਵੈਲਕਮ ਕਰਨਾ। ਤੁਸੀਂ ਸਿਆਣੀ ਗੱਲ ਹੈ ਜੀ। ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਨਹੀਂ ਢਿੱਲੋਂ ਸਾਹਿਬ, ਤੁਸੀਂ ਇੱਟ ਦੇ ਕੰਧ ਤੋਂ ਇੱਕ ਇੱਟ ਪੱਟ ਲਓ ਨਾ ਤੇ 6 ਮਹੀਨਿਆਂ ਚ ਉਹ ਨਹੀਂ ਥਿਉਂਦੀ, ਉੱਡ ਜਾਂਦਾ ਜੀ। ਬਸ ਕਿਤੇ ਕਹਿ ਦਿੰਦਾ ਜੀ ਓਟਾ ਲਾ ਲਓ ਤੇ ਕਿਤੇ ਕਹਿੰਦੇ ਡਹੀ ਥੱਲੇ ਦੇ ਲਓ।
ਉਹ ਕਹਿੰਦੇ ਹੁੰਦੇ ਸੀ ਇੱਥੇ ਸਾਡੇ ਬਾਪੂ ਦੀ ਹਵੇਲੀ ਹੁੰਦੀ ਸੀ। ਆਪਣੇ ਹਵੇਲੀ ਵੈਸੇ ਉਧਰ ਮਾਝੇ ਤਾਂ ਹਵੇਲੀ ਕਹਿੰਦੇ ਨੇ ਬਾਹਰਲੇ ਘਰ ਨੂੰ ਆਪਣੇ ਹਵੇਲੀਆਂ ਉਹਨਾਂ ਨੂੰ ਕਹਿੰਦੇ ਜਿਵੇਂ ਜੀਆਂ ਨਹਿਰੀ ਕੋਠੀਆਂ ਇਹੋ ਜਿਹੀਆਂ। ਬਸ ਸੋ ਸ਼ੁਕਰੀਆ ਜੀ ਬਹੁਤ ਬਹੁਤ। ਤੇ ਇੱਕ ਸਮਾਂ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।